ਜਨਾਨਾ ਬਿਮਾਰੀਆਂ ਨੇ ਜਿਨ੍ਹਾਂ ਦੇ ਵਿੱਚ ਯੂਟਰਸ ਦੀ ਬਿਮਾਰੀ ਨੂੰ ਲੈ ਕੇ ਦੇਖ ਲਓ ਤੁਸੀਂ ਪੀਰੀਅਡਸ ਜਿਹੜੇ ਨੇ ਉਹ ਜਲਦੀ ਆਉਂਦੇ ਨੇ ਤੇ ਜਲਦੀ ਬੰਦ ਹੋ ਜਾਂਦੇ ਨੇ। ਬੱਚੇ ਪੈਦਾ ਕਰਨ ਦੀ ਜਿਹੜੀ ਪ੍ਰਕਿਰਿਆ ਸਾਰੀ ਦੋਨਾਂ ਨੂੰ ਰਲ ਕੇ ਹੁੰਦੀ ਹੈ। ਜਿਹੜੀਆਂ ਮੈਂਸਟਰੂਏਸ਼ਨ 15 16 17 ਸਾਲ ਤੇ ਆਉਂਦੀਆਂ ਸੀਗੀਆਂ ਅੱਜ ਉਹ 9 ਸਾਲ 10 ਸਾਲ ਤੇ ਆਉਣ ਲੱਗੀਆਂ। ਉਹਦੇ 'ਚ ਮੁੰਡਿਆਂ ਵਰਗੇ ਫੀਚਰ ਆਉਣ ਲੱਗ ਜਾਂਦੇ ਨੇ, ਮੂੰਹ ਤੇ ਵਾਲ ਆਉਣ ਲੱਗ ਜਾਂਦੇ ਨੇ, ਲੱਤਾਂ ਬਾਹਾਂ ਤੇ ਵਾਲ ਆਉਣ ਲੱਗ ਜਾਂਦੇ ਆ, ਅੰਡਾ ਠੀਕ ਬਣਦਾ ਨਹੀਂ ਹੈ, ਮੇਲ ਦੇ ਅੰਦਰ ਸਪਰਮ ਕਾਊਂਟ ਬਹੁਤ ਜ਼ਿਆਦਾ ਘਟ ਰਹੇ ਆ, ਸਪਰਮ ਜਿਹੜੇ ਨੇ ਅਬਨੋਰਮਲ ਹੋ ਰਹੇ ਆ, ਜਿਹੜਾ ਯੂਟਰਸ ਦਾ ਬੋਝ ਪੈਣ ਲੱਗ ਜਾਂਦਾ ਉਹ ਨੀਚੇ ਖਿਸਕਣ ਲੱਗ ਜਾਂਦੀ ਹੈ। ਤੇ ਇਸ ਤਰ੍ਹਾਂ ਦੀ ਜਿਹੜੀ ਆ ਹੀ ਗਈ ਪ੍ਰੋਬਲਮ ਤਾਂ ਫਿਰ ਉਹਦਾ ਹੱਲ ਕੀ ਹੈ? ਕਿ ਜਿਹੜੇ ਜ਼ਹਿਰ ਹੁੰਦੇ ਆ ਇਹ ਉਦੋਂ ਜ਼ਿਆਦਾ ਖਤਰਨਾਕ ਹੋ ਜਾਂਦੇ ਜਦੋਂ ਬਾਡੀ 'ਚ ਇਕੱਠੇ ਹੋ ਜਾਂਦੇ ਆ। ਐਕਸੈਸਿਵ ਸ਼ੂਗਰ ਬਾਡੀ 'ਚ ਇਕੱਠਾ ਹੋਣਾ ਆਪਣੇ ਆਪ 'ਚ ਹੀ ਟੌਕਸਿਨ ਹੈ। ਉਸ ਤੋਂ ਇਲਾਵਾ ਵੀ ਕੁਝ ਇਸ ਤਰ੍ਹਾਂ ਦੀ ਚੀਜ਼ਾਂ ਨੇ ਜਿਹੜੀਆਂ ਕਿ ਬਾਡੀ ਦੇ ਅੰਦਰ ਟੌਕਸਿਨਸ ਭੇਜ ਰਹੀਆਂ ਨੇ। ਕੀ ਇਸ ਦਾ ਇਲਾਜ ਜਿਹੜਾ ਉਹ ਕਿਸੇ ਐਸੇ ਢੰਗ ਨਾਲ ਵੀ ਕੀਤਾ ਜਾ ਸਕਦਾ ਕਿ ਜਿਹੜਾ ਕਿ ਨਾ ਸਿਰਫ ਇਲਾਜ ਕਰੇ ਬਲਕਿ ਜਿਹੜਾ ਬਾਡੀ ਨੂੰ ਵੀ ਨੁਕਸਾਨ ਨਾ ਪਹੁੰਚਾਵੇ? ਆਪਣਾ ਤੁਸੀਂ ਦੁੱਧ ਦੀ ਗੱਲ ਕੀਤੀ ਹੈ ਕਿ ਦੁੱਧ ਜਿਹੜਾ ਉਹ ਨਹੀਂ ਪੀਣਾ ਚਾਹੀਦਾ, ਪਰ ਦਿਮਾਗ ਦੇ ਵਿੱਚ ਤਾਂ ਇੱਕ ਕਨਸੈਪਟ ਬੈਠਾ ਹੋਇਆ ਵੀ ਦੁੱਧ ਤੋਂ ਬਿਨਾਂ ਜਿਹੜਾ ਕੈਲਸ਼ੀਅਮ ਨਹੀਂ ਮਿਲਣਾ ਕਿਸੇ ਦੁੱਧ ਦੀ ਕੋਈ ਲੋੜ ਨਹੀਂ ਕੈਲਸ਼ੀਅਮ ਵਾਸਤੇ, ਨਾ ਕੈਲਸ਼ੀਅਮ ਵਾਸਤੇ ਨਾ ਪ੍ਰੋਟੀਨਸ ਵਾਸਤੇ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ। ਇਨੀ ਦਿਨੀ ਔਰਤਾਂ ਦੀਆਂ ਬਿਮਾਰੀਆਂ ਨੂੰ ਲੈ ਕੇ ਜਿਹੜਾ ਉਹ ਔਰਤਾਂ ਕਾਫੀ ਚਿੰਤਿਤ ਨੇ, ਖਾਸ ਕਰ ਜਿਹੜੀਆਂ ਨੇ ਉਹਨਾਂ ਦੀਆਂ ਜਨਾਨਾ ਬਿਮਾਰੀਆਂ ਨੇ ਜਿਨ੍ਹਾਂ ਦੇ ਵਿੱਚ ਯੂਟਰਸ ਦੀ ਬਿਮਾਰੀ ਨੂੰ ਲੈ ਕੇ ਦੇਖ ਲਓ ਤੁਸੀਂ, ਚਾਹੇ ਉਹ ਉਹਨਾਂ ਨੂੰ ਪੀਰੀਅਡਸ ਜਿਹੜੇ ਨੇ ਉਹ ਜਲਦੀ ਆਉਂਦੇ ਨੇ ਤੇ ਜਲਦੀ ਬੰਦ ਹੋ ਜਾਂਦੇ ਨੇ, ਚਾਹੇ ਉਹਨਾਂ ਦੇ ਅੰਦਰ ਜਿਹੜੀਆਂ ਨੇ ਉਹ ਕੁਝ ਜਿਹੜੀਆਂ ਗੱਠਾਂ ਨੇ, ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਨ੍ਹਾਂ ਨੂੰ ਲੈ ਕੇ ਹਸਪਤਾਲ ਜਿਹੜੇ ਨੇ ਉਹ ਭਰੇ ਹੋਏ ਨੇ, ਡਾਕਟਰਾਂ ਦੇ ਕੋਲ ਜਿਹੜੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਨੇ ਤੇ ਹੱਲ ਜਿਹੜਾ ਉਹਨਾਂ ਨੂੰ ਕਿਤੇ ਨਜ਼ਰ ਨਹੀਂ ਆਉਂਦਾ। ਇਸ ਦੇ ਲਈ ਜਿਹੜੇ ਨੇ ਉਹ ਹਸਪੀਟਲ ਜਿੱਥੇ ਜਿਹੜੀਆਂ ਦਵਾਈਆਂ ਦੱਸਦੇ ਨੇ ਉੱਥੇ ਜਿਹੜੇ ਨੇ ਨੈਚੁਰੋਪੈਥੀ ਦੇ ਉੱਤੇ ਵੀ ਬਹੁਤ ਵੱਡੀ ਜਿਹੜੀ ਰਿਸਰਚ ਚੱਲ ਰਹੀ ਹੈ। ਨੈਚੁਰੋਪੈਥੀ ਦੇ ਉੱਤੇ ਵੀ ਜਿਹੜਾ ਕਾਫੀ ਕੰਮ ਚੱਲ ਰਿਹਾ। ਸਾਡੇ ਨਾਲ ਨੇ ਅੱਜ ਇੱਕ ਵਾਰ ਫਿਰ ਅਸੀਂ ਰੂਬਰੂ ਹੋ ਰਹੇ ਹਾਂ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਨਾਲ, ਜਿਹੜੇ ਕਿ ਸਾਰੀ ਉਮਰ ਜਿਨ੍ਹਾਂ ਨੇ ਜਿਹੜੀਆਂ ਦੂਸਰੀਆਂ ਦਵਾਈਆਂ ਐਲੋਪੈਥੀ ਦਵਾਈਆਂ ਦੇ ਵਿੱਚ ਕੱਢੀ ਹੈ, ਲੇਕਿਨ ਹੁਣ ਜਿਹੜਾ ਉਹਨਾਂ ਦੀ ਰਿਸਰਚ ਜਿਹੜੀ ਹੈ ਉਹ ਨੈਚੁਰੋਪੈਥੀ ਦੇ ਉੱਤੇ ਚੱਲ ਰਹੀ ਹੈ। ਕੁਦਰਤ ਜਿਹੜੀ ਹੈ ਤਰੀਕੇ ਨਾਲ ਜਿਹੜਾ ਇਲਾਜ ਦੇਣ ਲੈ ਕੇ ਉਹ ਚੱਲ ਰਹੀ ਹੈ। ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਔਰਤਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਸ ਨੂੰ ਲੈ ਕੇ ਆਖਰ ਇਹ ਜਿਹੜੀ ਬਿਮਾਰੀਆਂ ਨੇ ਇਹ ਸ਼ੁਰੂ ਕਿਉਂ ਹੁੰਦੀਆਂ ਨੇ, ਇਹਦੇ ਕੀ ਹੱਲ ਨੇ, ਤੇ ਜੇਕਰ ਬਿਮਾਰੀ ਆ ਗਈ ਤਾਂ ਉਸ ਨੂੰ ਜਿਹੜਾ ਉਹ ਔਰਤਾਂ ਨੂੰ ਜਿਹੜਾ ਉਹ ਕਿਸ ਤਰ੍ਹਾਂ ਜਿਹੜਾ ਉਸ ਦਾ ਇਲਾਜ ਜਿਹੜਾ ਉਹ ਘਰੇਲੂ ਤਰੀਕੇ ਨਾਲ ਵੀ ਤੇ ਜਿਹੜਾ ਡਾਕਟਰਾਂ ਕੋਲ ਜਾ ਕੇ ਉਹ ਕਿੱਥੇ ਉਹਨਾਂ ਨੂੰ ਸਹੀ ਇਲਾਜ ਮਿਲ ਸਕਦਾ। ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ। ਡਾਕਟਰ ਸਾਹਿਬ ਤੁਹਾਡਾ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ। ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਜਿਵੇਂ ਕਿ ਮੈਂ ਹੁਣੇ ਜ਼ਿਕਰ ਕੀਤਾ ਕਿ ਔਰਤਾਂ ਦੀ ਬਿਮਾਰੀਆਂ ਨੂੰ ਲੈ ਕੇ ਜਿਹੜਾ ਉਹ ਤਕਰੀਬਨ ਸਾਡੀਆਂ ਮਾਵਾਂ ਭੈਣਾਂ ਧੀਆਂ ਜਿਹੜੀਆਂ ਨੇ ਉਹ ਬੜੀਆਂ ਪਰੇਸ਼ਾਨ ਨੇ ਤੇ ਤਕਰੀਬਨ ਜਿਹੜਾ ਉਹ ਤੁਸੀਂ ਹਰ ਜਿਹੜੀ ਆ ਦੂਜੀ ਚੌਥੀ ਔਰਤ ਜਿਹੜੀ ਆ ਉਹ ਹਸਪੀਟਲ ਜਾ ਰਹੀ ਹੈ ਜਾਂ ਕਿਤੇ ਨਾ ਕਿਤੇ ਕੋਈ ਹੋਰ ਇਲਾਜ ਜਿਹੜੀ ਉਹ ਤਲਾਸ਼ ਕਰ ਰਹੀ ਹੈ, ਜਿਹੜਾ ਉਹ ਬੜੀ ਚਿੰਤਾ ਦਾ ਵਿਸ਼ਾ ਸਮਾਜ ਦੇ ਵਿੱਚ ਇੱਕ ਵੱਡੀ ਜਿਹੜੀ ਇਹ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਕੀ ਕਾਰਨ ਨੇ, ਕਿਹੜੇ ਮੇਜਰ ਬਿਮਾਰੀਆਂ ਨੇ ਜਿਹੜੀਆਂ ਕਿ ਔਰਤਾਂ ਨੂੰ ਇਸ ਵੇਲੇ ਜਿਹੜੀਆਂ ਉਹ ਜ਼ਿਆਦਾ ਹੋ ਰਹੀਆਂ ਨੇ ਤੇ ਉਹਦੇ ਕੀ ਕਾਰਨ ਨੇ? ਜਿਹੜਾ ਪ੍ਰਜਨਨ ਕਿਰਿਆ ਦਾ ਮਸਲਾ, ਆਪਾਂ ਨੂੰ ਪ੍ਰਜਨਨ ਕਿਰਿਆ ਦੀਆਂ ਬਿਮਾਰੀਆਂ ਕਹਿੰਦੇ ਆ ਕਿ ਜਿਹੜੇ ਪ੍ਰਜਨਨ ਅੰਗ ਨੇ, ਰਿਪਰੋਡਕਟਿਵ ਆਰਗਨਸ ਨੇ, ਇਹਨਾਂ ਦਾ ਬਹੁਤ ਡੈਮੇਜ ਹੋ ਰਿਹਾ। ਉਹ ਫੀਮੇਲ 'ਚ ਵੀ ਹੈ ਤੇ ਮੇਲ 'ਚ ਵੀ, ਦੋਨਾਂ 'ਚ ਹੀ ਹੋ ਰਿਹਾ। ਕਿਉਂਕਿ ਜਿਹੜਾ ਬੱਚੇ ਪੈਦਾ ਕਰਨ ਦੀ ਜਿਹੜੀ ਪ੍ਰਕਿਰਿਆ ਸਾਰੀ ਦੋਨਾਂ ਨੂੰ ਰਲ ਕੇ ਹੁੰਦੀ ਹੈ, ਤਾਂ ਦੋਨਾਂ ਦੇ ਜਿਹੜੇ ਰਲ ਕੇ ਦੋਨਾਂ ਦੀ ਪ੍ਰਕਿਰਿਆ ਜਿਹੜੀ ਹੈ ਉਹ ਖਰਾਬ ਹੋਣ ਕਰਕੇ ਉਹਦੇ ਖਤਰਨਾਕ ਸਿੱਟੇ ਨਿਕਲ ਰਹੇ ਆ। ਉਹਦੇ 'ਚੋਂ ਸਿੱਟਿਆਂ 'ਚੋਂ ਆਪਾਂ ਜੇ ਗਿਣੀਏ ਤਾਂ ਔਰਤਾਂ ਦੇ ਅੰਦਰ ਜਿਹੜਾ ਹੈਗਾ, ਪਹਿਲੀ ਗੱਲ ਤਾਂ ਮੈਂਸਟਰੂਏਸ਼ਨ ਜਿਹੜੀ ਹੈ ਉਹਦੀ ਆਉਣ ਦੀ ਉਮਰ ਜਿਹੜੀ ਹੈ ਬਹੁਤ ਗੜਬੜਾ ਗਈ ਹੈ। 8-9 ਸਾਲ ਦੀਆਂ ਬੱਚੀਆਂ ਨੂੰ ਮੈਂਸਟਰੂਏਸ਼ਨ ਹੋ ਰਹੀ ਹੈ, ਜਿਹੜਾ ਕਿ ਬਿਲਕੁਲ ਹੀ ਅਨਨੈਚੁਰਲ ਹੈ। ਇਹ ਬਹੁਤ ਡਿਸਟਰਬਿੰਗ ਹੈ। ਇਹ ਜਿਹੜੇ ਲੋਕਾਂ ਦੇ ਨੋਟਿਸ 'ਚ ਆਇਆ ਬਹੁਤ ਡਿਸਟਰਬ ਹੁੰਦੇ, ਉਹ ਮੈਂ ਵੀ ਬਹੁਤ ਡਿਸਟਰਬਡ ਹਾਂ ਇਸ ਗੱਲ 'ਤੇ ਕਿ ਇਹ ਇੰਨਾ ਜ਼ਿਆਦਾ ਫਰਕ ਕਿਵੇਂ ਪੈ ਗਿਆ। ਜਿਹੜੀਆਂ ਮੈਂਸਟਰੂਏਸ਼ਨ 15 16 17 ਸਾਲ 'ਤੇ ਆਉਂਦੀਆਂ ਸੀਗੀਆਂ ਅੱਜ ਉਹ 9 ਸਾਲ 10 ਸਾਲ 'ਤੇ ਆਉਣ ਲੱਗੀਆਂ। ਇੰਨਾ ਗੈਪ ਜਿਹੜਾ ਇਹ ਕਿਤੇ ਨਾ ਕਿਤੇ ਕੋਈ ਗੜਬੜ ਹੈ। ਦੂਜੀ ਗੱਲ ਜਿਹੜੀ ਹੈਗੀ ਹੈ, ਮੈਂਸਟਰੂਏਸ਼ਨ ਬੰਦ ਹੋਣ ਦਾ ਕੋਈ ਸਮਾਂ ਨਹੀਂ ਹੈ, ਫਿਰ ਮੈਂਸਟਰੂਏਸ਼ਨ ਆਉਣ ਦਾ ਇਰੈਗੂਲਰ ਹੈ। ਮੈਂਸਟਰੂਏਸ਼ਨ ਕਦੀ ਵੱਧ ਕਦੀ ਘੱਟ, ਕੋਈ ਪੀਰੀਅਡ ਪੱਕਾ ਨਹੀਂ ਹੈ। ਨਹੀਂ ਜਦੋਂ ਪੁਰਾਣੀ ਹੈਲਦੀ ਸਮਾਜ ਸੀਗਾ ਤਾਂ ਪੂਰਾ ਐਨ ਐਗਜ਼ੈਕਟ ਹੁੰਦਾ ਸੀ ਵੀ ਇਸ ਦਿਨ ਮੈਂ ਹਰ ਔਰਤ ਨੂੰ ਪਤਾ ਹੁੰਦਾ ਸੀ ਵੀ ਮੇਰੀ ਇਸ ਦਿਨ ਤੋਂ ਲੈ ਕੇ ਇਸ ਦਿਨ ਤੱਕ ਮੈਂਸਟਰੂਏਸ਼ਨ ਰਹਿਣੀ ਹੈ, ਇੰਨਾ ਖੂਨ ਮੈਨੂੰ ਪੈਣਾ। ਤਕਰੀਬਨ ਹਰ ਚੀਜ਼ ਜਿਹੜੀ ਹੈ ਰੈਗੂਲਰ ਹੁੰਦੀ ਸੀ। ਅੱਜ ਕੋਈ ਹਿਸਾਬ ਕਿਤਾਬ ਵੀ ਨਹੀਂ ਹੈ, ਨਾ ਤਾਂ ਉਹਦੇ ਦਿਨਾਂ ਦਾ ਪਤਾ, ਨਾ ਇਹ ਪਤਾ ਕਿੰਨਾ ਖੂਨ ਪੈਣਾ। ਅੱਗੇ ਤਕਲੀਫਾਂ ਬਹੁਤ ਨੇ, ਦਰਦ ਹੋ ਰਹੀ ਹੈ, ਕਿਸੇ ਨੂੰ ਕੁਛ ਹੋ ਰਿਹਾ, ਤਾਂ ਕਿਸੇ ਨੂੰ ਕੋਈ ਨਾ ਕੋਈ ਮੈਂਸਟਰੂਏਸ਼ਨ ਦੇ ਡਿਸਆਰਡਰ ਜਿਹੜੇ ਨੇ ਬਹੁਤ ਜ਼ਿਆਦਾ ਨੇ। ਉਸ ਤੋਂ ਬਾਅਦ ਜਿਹੜੀਆਂ ਲੜਕੀਆਂ ਨੇ ਉਹਦੇ ਜਦੋਂ ਅਲਟਰਾਸਾਊਂਡ ਕਰਾਉਣਾ ਕਿਸੇ ਹੋਰ ਮਕਸਦ ਲਈ, ਤਾਂ ਉਹਦੇ ਅੰਦਰ ਜਿਹੜਾ ਹੁਣ ਪਿਛਲੇ ਕਾਫੀ ਸਾਲਾਂ ਤੋਂ ਆ ਰਿਹਾ PCOD ਬੜੀ ਪਾਪੂਲਰ ਹੋ ਗਿਆ ਹੁਣ ਅੱਜ ਕੱਲ੍ਹ। ਨਾ ਇਹ
ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ PCOD, ਯਾਨੀ ਕਿ ਓਵਰੀਜ਼ ਦੇ ਵਿੱਚ ਅੰਡਕੋਸ਼ਾਂ ਦੇ ਅੰਦਰ ਨਿੱਕੀਆਂ ਨਿੱਕੀਆਂ ਪਾਣੀ ਦੀਆਂ ਗੱਠਾਂ ਬਣ ਜਾਂਦੀਆਂ ਨੇ, ਔਰ ਉਹਦੇ ਕਰਕੇ ਗੱਠਾਂ ਬਣਨ ਕਰਕੇ ਜਿਹੜੇ ਹਾਰਮੋਨਸ ਨੇ ਉਹ ਡਿਸਟਰਬ ਹੋ ਜਾਂਦੇ ਆ ਸਾਰੇ ਔਰ ਬੱਚੀ ਜਿਹੜੀ ਆ ਕੁਛ ਦਾ ਕੁਛ ਬਣ ਜਾਂਦੀ ਆ। ਉਹਦੇ 'ਚ ਮੁੰਡਿਆਂ ਵਰਗੇ ਫੀਚਰ ਆਉਣ ਲੱਗ ਜਾਂਦੇ ਨੇ, ਮੂੰਹ 'ਤੇ ਵਾਲ ਆਉਣ ਲੱਗ ਜਾਂਦੇ ਨੇ, ਲੱਤਾਂ ਬਾਹਾਂ 'ਤੇ ਵਾਲ ਆਉਣ ਲੱਗ ਜਾਂਦੇ ਆ, ਅੰਡਾ ਠੀਕ ਬਣਦਾ ਨਹੀਂ ਹੈ, ਉਹਦੀ ਬਾਡੀ ਸਟਰਕਚਰ ਜਿਹੜਾ ਉਹ ਬੜਾ ਅਜੀਬ ਜਿਹਾ ਹੋ ਜਾਂਦਾ, ਮੁੰਡਿਆਂ ਵਰਗਾ ਹੋ ਜਾਂਦਾ। ਅਤੇ ਉਹ ਅੱਗੇ ਜਾ ਕੇ ਫਿਰ ਉਹਨੂੰ ਜਿਹੜਾ ਅੰਡਾ ਨਹੀਂ ਬਣਦਾ ਜਦੋਂ ਠੀਕ ਢੰਗ ਨਾਲ, ਤਾਂ ਉਹ ਅੰਡਾ ਨਾ ਬਣਨ ਕਰਕੇ ਜਿਹੜੀ ਆ ਉਹਦੇ ਬੱਚਾ ਪੈਦਾ ਕਰਨ 'ਚ ਵੀ ਬੜੀਆਂ ਦਿੱਕਤਾਂ ਆਉਂਦੀਆਂ ਨੇ। ਅਤੇ ਸਾਰੇ ਦਾ ਸਾਰਾ ਜਿਹੜਾ ਇਹ ਵਰਤਾਰਾ ਹੈ ਪਾਣੀ ਦੇ ਗੱਠਾਂ, ਫਿਰ ਬੱਚੇਦਾਨੀ 'ਚ ਜਿਹੜੀਆਂ ਗੱਠਾਂ ਬਣਨੀਆਂ, ਇਹ ਵਰਤਾਰਾ ਬਹੁਤ ਆਮ ਹੋ ਗਿਆ ਕਿ ਬੱਚੇਦਾਨੀ ਦੇ ਅੰਦਰ ਵੀ ਬਹੁਤ ਜ਼ਿਆਦਾ ਗੱਠਾਂ ਬਣ ਰਹੀਆਂ ਨੇ। ਤਾਂ ਪੂਰੇ ਦਾ ਪੂਰਾ ਜਿਹੜਾ ਵਰਤਾਰਾ ਹੈ ਇਹ ਔਰਤਾਂ ਦੇ ਅੰਦਰ ਇਹ ਸਪਸ਼ਟ ਹੋ ਗਿਆ ਕਿ ਇਹ ਡਿਸਟਰਬ ਹੋ ਗਿਆ, ਹੋ ਰਿਹਾ ਹੈ, ਉਹ ਹੋ ਗਿਆ ਹੈ। ਉਹਦੇ ਅੰਦਰ ਜਿਹੜੇ ਦੋ ਚੀਜ਼ਾਂ ਜਿਹੜੀਆਂ ਬਹੁਤ ਫੋਕਸ ਹੋ ਕੇ ਆ ਰਹੀਆਂ ਨੇ ਕਿ ਕੁਛ ਤਾਂ ਅੰਗ ਹੀ ਠੀਕ ਨਹੀਂ ਬਣਦੇ, ਬਹੁਤ ਸਾਰੀਆਂ ਬੱਚੀਆਂ ਦੇ ਜਿਹੜੇ ਪ੍ਰਜਨਨ ਅੰਗ ਨੇ ਉਹ ਠੀਕ ਨਹੀਂ ਹੈ, ਕਿਉਂਕਿ ਜਦੋਂ ਮਾਂ ਦੇ ਪੇਟ 'ਚ ਹੁੰਦੀਆਂ ਨੇ ਤਾਂ ਉਦੋਂ ਕਿਤੇ ਨਾ ਕਿਤੇ ਉਹਨਾਂ ਦੇ ਅੰਗ ਜਿਹੜੇ ਉਹ ਡੈਮੇਜ ਹੋ ਜਾਂਦੇ ਨੇ, ਅਤੇ ਉੱਥੋਂ ਸਾਰੀਆਂ ਅਲਾਮਤਾਂ ਨਿਕਲਦੀਆਂ ਨੇ। ਫਿਰ ਉਸ ਤੋਂ ਬਾਅਦ ਜਿਹੜੀ ਹੈ ਜਦੋਂ ਪੈਦਾ ਹੋਣ ਤੋਂ ਬਾਅਦ ਵੀ ਫਿਰ ਜਿਹੜੇ ਉਹਨਾਂ ਦੇ ਹਾਰਮੋਨ ਡਿਸਟਰਬ ਹੁੰਦੇ ਰਹਿੰਦੇ ਆ, ਅਤੇ ਉਹ ਕਿਤੇ ਨਾ ਕਿਤੇ ਅੱਗੇ ਫਿਰ ਬੱਚਾ ਨਹੀਂ ਹੁੰਦਾ, ਬੱਚਾ ਹੁੰਦਾ ਤਾਂ ਫਿਰ ਉਹ ਜਲਦੀ ਗਿਰਨ ਦੀ ਕੋਸ਼ਿਸ਼ ਕਰਦਾ ਹੈ, ਅਬਾਰਸ਼ਨ ਹੋ ਜਾਂਦੀ ਹੈ, ਜਿਹਨੂੰ ਸਪੌਂਟੇਨੀਅਸ ਅਬਾਰਸ਼ਨ ਕਹਿੰਦੇ, ਯਾਨੀ ਕਿ ਆਪਣੇ ਆਪ ਅਬਾਰਸ਼ਨ ਹੋ ਜਾਣਾ ਉਹ ਹੋ ਜਾਂਦਾ। ਜੇ ਉਹ ਅਬਾਰਸ਼ਨ ਰੋਕਦਾ ਲੇਡੀ ਡਾਕਟਰ ਰੋਕ ਲੈਂਦੀ, ਉਹਨਾਂ ਨੂੰ ਕੋਈ ਸਟਰੋਂਗ ਐਂਟੀਬਾਇਓ ਦੇ ਕੇ ਸਟੀਰੋਇਡਸ ਔਰ ਹਾਰਮੋਨਸ, ਤਾਂ ਉਹ ਫਿਰ ਛਮਾਏ ਸਤਮਾਏ ਬੱਚੇ ਹੋ ਜਾਂਦੇ ਆ। ਛਮਾਏ ਸਮਾਏ ਬੱਚਿਆਂ ਨੂੰ ਹੈਂਡਲ ਕਰਨ ਦਾ ਕੋਈ ਸਮਾਜ ਦੇ ਅੰਦਰ ਕੋਈ ਢੰਗ ਸਿਰ ਦਾ ਅਰੇਂਜਮੈਂਟ ਨਹੀਂ ਹੈ, ਕੋਈ ਜਿਹੜੇ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ ਨਹੀਂ ਹੈਗੇ, ਕੁਛ ਨਹੀਂ ਹੈ। ਤਾਂ ਉਹ ਜਦੋਂ ਬੱਚੇ ਦਾ ਬ੍ਰੇਨ ਡੈਮੇਜ ਹੋ ਜਾਂਦਾ ਤਾਂ ਫਿਰ ਬੱਚੇ ਮੰਦਬੁੱਧੀ ਹੋ ਜਾਂਦੇ ਆ। ਤਾਂ ਉਹ ਮੰਦਬੁੱਧੀ ਬੱਚਿਆਂ ਦਾ ਵਰਤਾਰਾ ਬਹੁਤ ਵੱਧ ਰਿਹਾ, ਪ੍ਰੀ ਮੈਚੁਰ ਬੱਚਿਆਂ ਦਾ ਵਰਤਾਰਾ ਬਹੁਤ ਵੱਧ ਰਿਹਾ, ਬੱਚੇ ਜਨਮ ਤੋਂ ਹੀ ਕਮਜ਼ੋਰ ਨੇ ਬਹੁਤ ਜ਼ਿਆਦਾ, ਜਿਹੜਾ ਹੈ ਅਬਾਰਸ਼ਨ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਇਹ ਕਿਤੇ ਨਾ ਕਿਤੇ ਵਰਤਾਰਾ ਬਹੁਤ ਹੀ ਡਿਸਟਰਬਿੰਗ ਹੈ, ਜਿਹੜਾ ਕਿ ਸਾਨੂੰ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰਦਾ ਕਿ ਆਪਾਂ ਕਿਤੇ ਗਲਤ ਥਾਂ 'ਤੇ ਜਾ ਰਹੇ ਹਾਂ, ਗਲਤ ਪਾਸੇ ਜਾ ਰਹੇ ਹਾਂ। ਤਾਂ ਉਹ ਗਲਤੀਆਂ ਜਿਹੜੀਆਂ ਨੇ ਉਹ ਸਾਨੂੰ ਜਿਹੜੀਆਂ ਨੇ ਉਹ ਜ਼ਰੂਰ ਦੇਖਣੀਆਂ ਪੈਣਗੀਆਂ ਕਿ ਕਿਤੇ ਨਾ ਕਿਤੇ ਹਵਾ, ਪਾਣੀ ਅਤੇ ਸਾਡੇ ਭੋਜਨ ਦੇ ਅੰਦਰ ਨੁਕਸ ਨੇ, ਜਿਸ ਕਰਕੇ ਇਹ ਸਾਰਾ ਡਿਸਟਰਬ ਹੋ ਰਿਹਾ। ਮੇਲ 'ਚ ਵੀ ਇਹ ਡਿਸਟਰਬ ਹੋ ਰਿਹਾ, ਇਕੱਲੇ ਫੀਮੇਲ 'ਚ ਡਿਸਟਰਬ ਨਹੀਂ ਹੋ ਰਿਹਾ। ਮੇਲ ਦੇ ਅੰਦਰ ਸਪਰਮ ਕਾਊਂਟ ਬਹੁਤ ਜ਼ਿਆਦਾ ਘੱਟ ਰਹੇ ਹੈ, ਸਪਰਮ ਜਿਹੜੇ ਨੇ ਅਬਨੋਰਮਲ ਹੋ ਰਹੇ ਹੈ, ਨਾਰਮਲ ਨਹੀਂ ਹੈਗੇ। ਸਪਰਮ ਦੀ ਮੋਟਿਲਿਟੀ ਬਹੁਤ ਘੱਟ ਹੈ, ਕਿਉਂਕਿ ਸਪਰਮ ਅਗਰ ਪ੍ਰੋਪਰਲੀ ਮੋਟਾਈਲ ਹੋਏਗਾ, ਪ੍ਰੋਪਰਲੀ ਐਕਟਿਵ ਹੋਏਗਾ ਤਾਂ ਹੀ ਪ੍ਰੈਗਨੈਂਸੀ ਕਰੇਗਾ। ਉਸ ਤੋਂ ਬਾਅਦ ਜਿਹੜੇ ਕਿ ਮੁੰਡਿਆਂ ਦੀ ਬਾਡੀ ਦੀਆਂ ਕੁੜੀਆਂ ਵਰਗੀਆਂ ਹੋ ਰਹੀਆਂ ਨੇ, ਮੁੰਡਿਆਂ ਦੇ ਅੰਦਰ ਦਾੜੀ ਮੁੱਛਾਂ ਜਿਹੜੀਆਂ ਨੇ ਬਹੁਤ ਲੇਟ ਆ ਰਹੀਆਂ ਨੇ। ਤੁਹਾਨੂੰ ਜੇ ਸਕੂਲ 'ਚ ਜਾਓਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਜਦੋਂ ਮੈਂ ਛੋਟਾ ਸੀਗਾ, ਸਕੂਲ 'ਚ ਸੀਗਾ, ਤਾਂ ਸਾਡੇ ਤਕਰੀਬਨ 8ਵੀਂ 9ਵੀਂ 10ਵੀਂ 'ਚ ਤਕਰੀਬਨ ਸਭ ਦੇ ਦਾੜੀ ਆ ਜਾਂਦੀ ਸੀ। ਅੱਜ ਜਦ ਤੁਸੀਂ ਜਾ ਕੇ 10ਵੀਂ ਦੀ ਕਲਾਸ 'ਚ ਦੇਖੋ ਤਾਂ ਅੱਧੀ ਕਲਾਸ ਅਨਦਾੜੀ ਹੁੰਦੀ ਹੈ। ਮਤਲਬ ਉਦੋਂ ਅਸੀਂ ਬੜਾ ਟਿਚਰਾਂ ਕਰਦੇ ਹੁੰਦੇ ਸੀ ਵੀ 10ਵੀਂ ਤੱਕ ਵੀ ਜਿਹਨੂੰ ਦਾੜੀ ਨਹੀਂ ਸੀ ਆਉਂਦੀ ਤਾਂ ਮਜ਼ਾਕ ਕਰਦੇ ਹੁੰਦੇ ਸੀਗੇ ਕਿ ਵੀ ਇਹਨੂੰ ਕੋਈ ਗੜਬੜ ਹੈ। ਅੱਜ ਤੁਸੀਂ ਜਾਓਗੇ ਤਾਂ ਅੱਧੋਂ ਵੱਧ ਕਲਾਸ ਜਿਹੜੀ ਤੁਹਾਨੂੰ ਅਨਦਾੜੀਆਂ ਮਿਲੇਗੀ। ਤਾਂ ਇਹ ਕਿਤੇ ਨਾ ਕਿਤੇ ਸਾਰਾ ਵਰਤਾਰਾ ਜਿਹੜਾ ਇਹ ਬਹੁਤ ਡਿਸਟਰਬ ਕਰ ਰਿਹਾ। ਕੁਲਵੰਤ ਜੀ ਇਹ ਬੜਾ ਜਿਹੜੇ ਵੀ ਲੋਕ ਇਹਨੂੰ ਓਬਜ਼ਰਵ ਕਰ ਰਹੇ ਆ ਧਿਆਨ ਨਾਲ, ਤਾਂ ਬਹੁਤ ਡਿਸਟਰਬ ਹੋ ਰਹੇ ਆ, ਔਰ ਇਹਦਾ ਸਾਨੂੰ ਸਮੱਸਿਆ ਸਮਾਜ ਨੂੰ ਹੱਲ ਕਰਨਾ ਚਾਹੀਦਾ ਕੋਈ ਨਾ ਕੋਈ। ਡਾਕਟਰ ਸਾਹਿਬ ਇਹ ਤਾਂ ਤੁਸੀਂ ਦੱਸਿਆ ਵੀ ਜਿਹੜੀਆਂ ਮੈਂਸਟਰਲ ਪੀਰੀਅਡਸ ਜਿਹੜੇ ਨੇ ਅਨਈਵਨ ਆ ਰਹੇ ਨੇ, ਕਦੇ ਪਹਿਲਾਂ ਆ ਜਾਂਦੇ ਨੇ, ਕਦੇ ਬਾਅਦ 'ਚ ਆਉਂਦੇ ਨੇ, ਘੱਟ ਆਉਂਦੇ ਨੇ, ਵੱਧ ਆਉਂਦੇ ਨੇ। ਇਸ ਤੋਂ ਇਲਾਵਾ ਜਿਹੜਾ ਔਰਤਾਂ ਦੇ ਵਿੱਚ ਹੋਰ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਕਿ ਆਮ ਹੋ ਰਹੀਆਂ ਨੇ ਅਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਇਹ ਬਿਮਾਰੀ ਜਿਹੜੀ ਹੈ ਇਹ ਹੋ ਰਹੀ ਹੈ, ਅਤੇ ਇਹਦਾ ਜਿਹੜਾ ਆਪਾਂ ਨੇ ਇਸ ਨੂੰ ਰੋਕਣ ਲਈ ਆਪਾਂ ਨੂੰ ਕੀ ਕਰਨਾ ਪੈਣਾ? ਉਹਦੇ ਉਸ ਤੋਂ ਇਲਾਵਾ ਇਨਫੈਕਸ਼ਨਾਂ ਬਹੁਤ ਜ਼ਿਆਦਾ ਨੇ। ਲਿਕੋਰੀਆ ਕਿਨੂੰ ਜਿਹਨੂੰ ਪਾਣੀ ਪੈਣਾ ਬਹੁਤ ਜ਼ਿਆਦਾ ਕਾਮਨ ਹੈ ਔਰਤਾਂ ਦੇ ਅੰਦਰ, ਕਿਉਂਕਿ ਇਮਿਊਨਿਟੀ ਬਹੁਤ ਲੋ ਹੋ ਰਹੀ ਹੈ, ਔਰ ਉਹਦੇ ਅੰਦਰ ਮਤਲਬ ਔਰਤਾਂ 'ਚ ਆਮ ਹੀ ਵਰਤਾਰਾ ਹੈ ਕਿ ਉਹਨਾਂ ਨੂੰ ਪਾਣੀ ਪੈਂਦਾ ਰਹਿੰਦਾ। ਅਤੇ ਰਿਪਰੋਡਕਟਿਵ ਅੰਗਾਂ ਦੀ ਜਿਹੜੀ ਕਰੋਨਿਕ ਇਨਫੈਕਸ਼ਨਸ ਨੇ ਇਹ ਵੀ ਕਾਫੀ ਜ਼ਿਆਦਾ ਕਾਮਨ ਨੇ। ਬ੍ਰੈਸਟ ਡਿਵੈਲਪਮੈਂਟ ਪ੍ਰੋਪਰ ਨਹੀਂ ਹੈ, ਬਾਡੀ ਸਟਰਕਚਰ ਕੁੜੀਆਂ ਦਾ ਪ੍ਰੋਪਰ ਨਹੀਂ ਡਿਵੈਲਪ ਹੋ ਰਿਹਾ। ਤਾਂ ਇਹ ਸਾਰਾ ਕਿਤੇ ਨਾ ਕਿਤੇ ਜਿਹੜਾ ਵਰਤਾਰਾ ਹੈ ਉਹ ਬਹੁਤ ਡਿਸਟਰਬਿੰਗ ਹੈ ਲੜਕੀਆਂ ਦੇ ਅੰਦਰ। ਤਾਂ ਇਹਦੇ ਜਿਹੜੇ ਇਹਦੇ ਕਾਰਨ ਜਿਹੜੇ ਨੇ ਉਹ ਆਪਾਂ ਨੂੰ ਸੋਚਣੇ ਚਾਹੀਦੇ ਕਿ ਕਾਰਨ ਜਿਹੜੇ ਨੇ ਜਿੱਥੋਂ ਤੱਕ ਇੱਕ ਤਾਂ ਪ੍ਰਦੂਸ਼ਣ ਤਾਂ ਹੈ ਹੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਅਸੀਂ ਖੇਤੀ ਦੇ ਅੰਦਰ ਬਹੁਤ ਜ਼ਿਆਦਾ ਕੈਮੀਕਲਸ ਲੈ ਆਏ ਹਾਂ ਉਹ ਜ਼ਿੰਮੇਵਾਰ ਨੇ। ਸਾਡੀ ਇੰਡਸਟਰੀ ਪਾਣੀ ਗੰਦਾ ਕਰ ਰਹੀ ਹੈ, ਉਹ ਜ਼ਿੰਮੇਵਾਰ ਹੈ। ਸਾਡੇ ਫੂਡ ਦੇ ਅੰਦਰ ਇੱਕ ਤਾਂ ਜ਼ਹਿਰ ਬਹੁਤ ਆ ਗਏ ਹੈ। ਦੂਜੀ ਗੱਲ, ਕਿਉਂਕਿ ਅਸੀਂ ਖੁਰਾਕੀ ਜਿਹੜਾ ਬਾਇਓਮਾਸ ਵਾਪਸ ਨਹੀਂ ਪਾ ਰਹੇ, ਤਾਂ ਉਹਦੇ ਕਰਕੇ ਖੁਰਾਕੀ ਤੱਤ ਵੀ ਬਹੁਤ ਕਮੀ ਹੋ ਗਈ ਹੈ। ਨਵੇਂ ਤੱਤਾਂ ਦੀ ਕਮੀ ਆ ਰਹੀ, ਜ਼ਿੰਕ ਦੀ ਕਮੀ ਹੋ ਗਈ ਹੈ, ਸਲੀਨੀਅਮ ਦੀ ਕਮੀ ਹੋ ਗਈ ਹੈ, ਮੋਲਿਬਡੇਨਮ ਦੀ ਕਮੀ ਹੋ ਗਈ ਹੈ। ਤਾਂ ਬਹੁਤ ਸਾਰੇ ਨਵੇਂ ਤੱਤ ਜਿਹੜੇ ਕਿ ਪਹਿਲਾਂ ਘਾਟ ਹੁੰਦੀ ਨਹੀਂ ਸੀ ਹੁੰਦੀ, ਅੱਜ ਉਹਨਾਂ ਤੱਤਾਂ ਦੀ ਵੀ ਘਾਟ ਹੋ ਗਈ, ਕਿਉਂਕਿ ਲਗਾਤਾਰ ਅਸੀਂ ਕੈਮੀਕਲ ਪਾ ਕੇ ਫਸਲਾਂ ਕਰਦੇ ਹਾਂ। ਤਾਂ ਖੁਰਾਕੀ ਤੱਤਾਂ ਦੀ ਘਾਟ ਹੋਣਾ ਭੋਜਨ ਦੇ ਅੰਦਰ, ਔਰ ਜ਼ਹਿਰ ਬਹੁਤ ਜ਼ਿਆਦਾ ਹੋਣਾ, ਇਹ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਹੈ ਉਹ ਸਾਰਾ ਕੁਛ ਹਾਰਮੋਨਲ ਅਸੀਂ ਇਹਨੂੰ ਮੋਟਾ ਜਿਹਾ ਲੈਂਦੇ ਹਾਰਮੋਨਲ ਡਿਸਟਰਬੈਂਸਿਸ। ਇਹ ਔਰ ਇਹ ਜਿਹੜੇ ਕੈਮੀਕਲਸ ਨੇ
ਇਹਨਾਂ ਨੂੰ ਅਸੀਂ ਕਹਿੰਦੇ ਅੰਗਰੇਜ਼ੀ ਹਾਰਮੋਨਲ ਡਿਸਰਪਟਰਸ, ਯਾਨੀ ਕਿ ਹਾਰਮੋਨਸ ਨੂੰ ਪ੍ਰੋਪਰਲੀ ਕੰਮ ਨਹੀਂ ਕਰਨ ਦਿੰਦੇ। ਇਹ ਇਕੱਲੇ ਰਿਪਰੋਡਕਟਿਵ ਹਾਰਮੋਨਸ ਨੂੰ ਨਹੀਂ ਕਰ ਰਹੇ ਡਿਸਟਰਬ, ਈਵਨ ਤੁਹਾਡਾ ਥਾਇਰਾਇਡ ਹੈ, ਥਾਇਰਾਇਡ ਦੀ ਐਪੀਡੈਮਿਕ ਆਈ ਪਈ ਹੈ, ਘਰ ਘਰ ਥਾਇਰਾਇਡ ਹੋਇਆ ਪਿਆ, ਉਹ ਵੀ ਹਾਰਮੋਨਸ ਹੈ। ਸ਼ੂਗਰ ਘਰ ਘਰ ਹੋਈ ਪਈ, ਉਹ ਵੀ ਹਾਰਮੋਨ ਹੈ। ਤਾਂ ਕਿਤੇ ਨਾ ਕਿਤੇ ਜਿਹੜੇ ਬਾਕੀ ਥੱਕੇ ਰਹਿੰਦੇ ਆ, ਥਕਾਵਟ ਬਹੁਤ ਹੋ ਰਹੀ ਸਾਨੂੰ। ਹਰ ਬੰਦਾ ਜਿਹੜਾ ਥੱਕਿਆ ਰਹਿੰਦਾ ਹੈ, ਕੋਈ ਹੱਡ ਪੈਰ ਟੁੱਟਦੇ ਰਹਿੰਦੇ ਆ, ਉਹ ਐਡਰੀਨਲ ਗਲੈਂਡ ਦਾ ਉਹ ਹਾਰਮੋਨ ਹੈ। ਐਡਰੀਨਲ ਗਲੈਂਡ 'ਚ ਹੁੰਦਾ ਜਿਹੜਾ ਸਾਨੂੰ ਕੰਢੇ 'ਤੇ ਰੱਖਦਾ। ਜਦੋਂ ਸਵੇਰੇ ਸੌਂ ਕੇ ਉੱਠਦੇ ਹਾਂ ਤਾਂ ਸਾਡੀ ਬਾਡੀ ਦੇ ਅੰਦਰ ਉਹ ਹਾਰਮੋਨਸ ਹੁੰਦੇ ਆ ਜਿਹਨੂੰ ਅਸੀਂ ਸਟ੍ਰੈਸ ਹਾਰਮੋਨਸ ਕਹਿੰਦੇ ਆ। ਤਾਂ ਉਸਨੂੰ ਅਗਲੇ ਆਉਣ ਵਾਲੇ 14, 15, 16 ਘੰਟੇ ਲਈ ਪੂਰਾ ਐਨ ਕੰਢੇ ਰੱਖਦੇ ਆ। ਉਹ ਹਾਰਮੋਨ ਡਿਸਟਰਬ ਹੋਣ ਕਰਕੇ ਅਸੀਂ ਸਵੇਰੇ 2 ਘੰਟੇ ਬਾਅਦ ਥੱਕ ਜਾਂਦੇ ਹਾਂ। ਅਤੇ ਪੂਰੇ ਦੇ ਪੂਰੇ ਇਹਨੂੰ ਜਨਰਲ ਕੈਟੇਗਰੀ ਅਸੀਂ ਕਰਦੇ ਹਾਂ ਡਿਫਾਈਨ ਮੈਡੀਕਲ ਭਾਸ਼ਾ 'ਚ ਕਿ ਹਾਰਮੋਨਸ ਜਿਹੜੇ ਨੇ ਉਹ ਥੋੜ੍ਹੇ ਡਿਸਟਰਬ ਹੋ ਰਹੇ ਆ। ਔਰ ਕੌਣ ਡਿਸਟਰਬ ਕਰ ਰਿਹਾ? ਉਹ ਕੈਮੀਕਲ ਡਿਸਟਰਬ ਕਰ ਰਹੇ ਆ ਜਿਹੜੇ ਕਿ ਜਿਹਨੂੰ ਅਸੀਂ ਹਾਰਮੋਨਲ ਡਿਸਰਪਟਰਸ ਕਹਿ ਰਹੇ ਹਾਂ। ਸੋ ਇਹ ਤਾਂ ਹੋਗਾ ਡਾਕਟਰ ਸਾਹਿਬ ਕਿ ਆਪਾਂ ਨੂੰ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਹਾਰਮੋਨਸ ਨੂੰ ਜਿਹੜੀਆਂ ਉਹ ਡਿਸਟਰਬ ਕਰ ਰਹੀਆਂ ਨੇ, ਅਤੇ ਕਿਸ ਤਰ੍ਹਾਂ ਜਿਹੜਾ ਕਿਹੜੀ ਚੀਜ਼ ਜਿਹੜੀ ਆ ਉਸ ਦੇ ਨਾਲ ਡਿਸਆਰਡਰ ਹੋ ਰਹੀ ਹੈ, ਜਿਸ ਉਹਦੇ ਨਾਲ ਖਰਾਬ ਹੋ ਰਿਹਾ ਕੰਮ। ਮੰਨ ਲਓ ਵੀ ਇੱਕ ਚੀਜ਼ ਆਪਣੇ ਅੰਦਰ ਹਾਰਮੋਨਲ ਡਿਸਟਰਬ ਹੋ ਹੀ ਗਿਆ। ਮੰਨ ਲਓ ਵੀ ਇੱਕ ਲੇਡੀ ਹੈ ਅਤੇ ਉਸ ਨੂੰ ਜਿਹੜਾ ਉਹ ਜ਼ਿਆਦਾਤਰ ਜਿਹੜੀ ਆ ਲੇਡੀਜ਼ ਜਿਹੜੀਆਂ ਹੁੰਦੀਆਂ ਨੇ ਉਹ 40 ਸਾਲ ਤੋਂ ਉੱਪਰ ਜਿਹੜੀਆਂ ਉਹਨਾਂ ਨੂੰ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਵੀ ਜਿਹੜਾ ਯੂਟਰਸ ਦਾ ਬੋਝ ਪੈਣ ਲੱਗ ਜਾਂਦਾ, ਉਹ ਨੀਚੇ ਖਿਸਕਣ ਲੱਗ ਜਾਂਦੀ ਹੈ। ਸੋ ਇੱਕ ਉਦਾਹਰਨ ਦੇ ਤੌਰ ਦੇ ਉੱਤੇ ਆਪਾਂ ਇਹੀ ਗੱਲ ਕਰ ਰਹੇ ਹਾਂ। ਅਤੇ ਇਸ ਤਰ੍ਹਾਂ ਦੀ ਜਿਹੜੀ ਆ ਹੀ ਗਈ ਪ੍ਰੋਬਲਮ, ਤਾਂ ਫਿਰ ਉਹਦਾ ਹੱਲ ਕੀ ਹੈ? ਜੀ ਇੱਕ ਤਾਂ ਹੱਲ ਹੈ ਹੀ ਇਹੀ ਕਿ ਆਪਾਂ ਕੈਮੀਕਲ ਦਾ ਵਰਤਾਰਾ ਘਟਾਈਏ। ਸਮਾਜ ਦੇ ਅੰਦਰ ਆਰਗੈਨਿਕ ਫਾਰਮਿੰਗ ਹੋਵੇ, ਬਿਨਾਂ ਕੈਮੀਕਲ ਤੋਂ ਫਾਰਮਿੰਗ ਹੋਵੇ। ਇੰਡਸਟਰੀ ਡਿਸਿਪਲਿਨ ਪ੍ਰੋਪਰਲੀ ਫੋਲੋ ਕਰੇ, ਆਪਣਾ ਵੇਸਟ ਪੂਰਾ ਢੰਗ ਸਿਰ ਸਿੱਟੇ, ਹਵਾ ਪਲੂਟ ਨਾ ਕਰੇ। ਉਹ ਤਾਂ ਹੱਲ ਹੈਗੇ ਨੇ। ਜਿਹੜੀ ਲੰਬੀ ਲੜਾਈ ਚੱਲ ਰਹੀ ਹੈ, ਪੂਰਾ ਸਮਾਜ ਲੜ ਰਿਹਾ, ਉਹ ਲੜਾਈ ਸਾਨੂੰ ਸਾਰਿਆਂ ਨੂੰ ਲੜਨੀ ਚਾਹੀਦੀ ਹੈ ਕਿ ਸਮਾਜ ਦੇ ਅੰਦਰ ਸਾਡਾ, ਕਿਉਂਕਿ ਅਸੀਂ ਉਹਨਾਂ 5 ਤੱਤਾਂ ਦੇ ਬਣੇ ਹੋਏ ਹਾਂ। ਬੇਸਿਕਲੀ 3 ਨੇ ਤੱਤ, ਹਵਾ, ਪਾਣੀ ਅਤੇ ਮਿੱਟੀ। ਜੇ ਉਹ ਹਵਾ, ਪਾਣੀ, ਮਿੱਟੀ ਜ਼ਹਿਰੀਲੇ ਹੋਣਗੇ ਤਾਂ ਅਸੀਂ ਉਹਦਾ ਸਾਡੇ 'ਤੇ ਮਾੜਾ ਇਫੈਕਟ ਹੋਣਾ ਹੀ ਹੋਣਾ। ਹੁਣ ਉਹਦੇ 'ਚ ਜਿਹੜੀ ਇੱਕ ਥੋੜ੍ਹੀ ਜਿਹੀ ਗੱਲ ਜਿਹੜੀ ਅਸੀਂ ਨੈਚੁਰੋਪੈਥੀ ਦੀ ਜਿਹੜੀ ਪਿਛਲੇ ਸਾਲਾਂ ਤੋਂ ਮੈਂ ਪਰਟੀਕੂਲਰ ਰਿਸਰਚ ਕਰ ਰਿਹਾ, ਔਰ ਬਹੁਤ ਸਾਰਾ ਮੈਂ ਨਹੀਂ ਇਕੱਲਾ ਕਰ ਰਿਹਾ, ਪੂਰੀ ਦੁਨੀਆ 'ਚ ਰਿਸਰਚ ਹੋ ਰਹੀ ਹੈ ਕਿ ਜਿਹੜੇ ਜ਼ਹਿਰ ਹੁੰਦੇ ਆ ਇਹ ਉਦੋਂ ਜ਼ਿਆਦਾ ਖਤਰਨਾਕ ਹੋ ਜਾਂਦੇ ਜਦੋਂ ਬਾਡੀ 'ਚ ਇਕੱਠੇ ਹੋ ਜਾਂਦੇ ਆ। ਮੈਂ ਡੇਲੀ ਦੇ ਡੇਲੀ ਅਗਰ ਨਿਕਲਦੇ ਰਹਿਣ ਬਾਹਰ, ਮੰਨ ਲਓ ਜਿੰਨੇ ਜ਼ਹਿਰ ਮੈਂ ਅੱਜ ਮੇਰੇ ਅੰਦਰ ਗਏ, ਜੇ ਉਹ ਮੇਰੀ ਬਾਡੀ ਨੂੰ ਬਾਹਰ ਕੱਢ ਦੇਵੇ ਤਾਂ ਫਿਰ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੁੰਦਾ। ਜਦੋਂ ਇਕੱਠੇ ਹੋ ਜਾਂਦੇ ਆ, ਮਤਲਬ ਅੱਜ ਮੈਂ ਮੰਨ ਲਓ 10 ਯੂਨਿਟ ਖਾਏ ਅਤੇ 5 ਯੂਨਿਟ ਮੇਰੀ ਬਾਡੀ ਕੱਢ ਪਾਈ ਬਾਹਰ, ਦੇ 5 ਫਿਰ ਅੰਦਰ ਰਹਿ ਗਏ। ਅਗਲੇ ਦਿਨ ਫਿਰ ਹੋਰ 5 ਰਹਿ ਜਾਣਗੇ, ਅਗਲੇ ਦਿਨ ਫਿਰ ਹੋਰ 5 ਰਹਿ ਜਾਣਗੇ। ਤੁਹਾਡੇ ਇਕੱਠੇ ਹੋ ਜਾਂਦੇ ਆ, ਉਹ ਜ਼ਹਿਰ ਜਿਹੜੇ ਨੇ ਉਹ ਬਹੁਤ ਜ਼ਿਆਦਾ ਨੁਕਸਾਨ ਕਰਦੇ ਆ। ਤਾਂ ਉਹ ਜ਼ਹਿਰ ਨੂੰ ਬਾਹਰ ਕੱਢਣ ਦਾ ਤਰੀਕਾ ਅਸੀਂ ਜਿਹੜੀ ਕਰਦੇ ਹਾਂ ਅਸੀਂ ਇਲਾਜ। ਪਹਿਲੀ ਗੱਲ ਤਾਂ ਆਪਾਂ ਨੂੰ ਇਹ ਸਪਸ਼ਟ ਹੋਣਾ ਚਾਹੀਦਾ ਕਿ ਦਵਾਈਆਂ ਨਾਲ ਹਾਰਮੋਨਲ ਡਿਸਰਪਸ਼ਨ ਦਾ ਕੋਈ ਇਲਾਜ ਨਹੀਂ ਹੈ। ਦਵਾਈਆਂ ਖਾ ਕੇ ਦਾ ਇਲਾਜ ਸੰਭਵ ਨਹੀਂ ਹੈ। ਇਹਦਾ ਇਲਾਜ ਉਹੀ ਹੈ ਕਿ ਅਸੀਂ ਆਪਣੀ ਬਾਡੀ ਨੂੰ ਇਸ ਢੰਗ ਨਾਲ ਸਟੱਡੀ ਕਰੀਏ, ਇਸ ਢੰਗ ਨਾਲ ਮਜ਼ਬੂਤ ਕਰੀਏ ਕਿ ਸਾਡੀ ਬਾਡੀ ਸਾਡੇ ਜ਼ਹਿਰਾਂ ਨੂੰ ਇੱਕਦਮ ਬਾਹਰ ਕੱਢ ਦੇਵੇ। ਉਹਨੂੰ ਅਸੀਂ ਅੰਗਰੇਜ਼ੀ ਭਾਸ਼ਾ 'ਚ ਕਹਿੰਦੇ ਹਾਂ, ਟੈਕਨੀਕਲ ਭਾਸ਼ਾ 'ਚ ਕਹਿੰਦੇ ਡੀਟੌਕਸੀਫਿਕੇਸ਼ਨ। ਉਹਦਾ ਮਤਲਬ ਹੱਲ ਕੀ ਹੈ? ਉਹਨੂੰ ਡੀਟੌਕਸੀਫਿਕੇਸ਼ਨ ਜਿਹੜੀ ਆ ਉਹ ਬਾਡੀ ਤੋਂ ਕਿਸ ਤਰ੍ਹਾਂ ਕੀਤੀ ਜਾ ਸਕਦੀ? ਹਾਂ, ਜਿਹੜੀ ਡੀਟੌਕਸੀਫਿਕੇਸ਼ਨ ਹੈ, ਡੀਟੌਕਸੀਫਿਕੇਸ਼ਨ ਦਾ ਮਤਲਬ ਹੈ ਕਿ ਤੁਸੀਂ ਆਪਣੇ ਸਰੀਰ 'ਚ ਜ਼ਹਿਰ ਇਕੱਠੇ ਨਾ ਹੋਣ ਦਿਓ। ਆਪਣਾ ਲਾਈਫ ਸਟਾਈਲ ਇੱਦਾਂ ਦਾ ਬਣਾਓ ਕਿ ਤੁਹਾਡੇ ਸਰੀਰ ਦੇ ਅੰਦਰ ਜ਼ਹਿਰ ਇਕੱਠੇ ਹੋਣ ਹੀ ਨਾ। ਜਦੋਂ ਇਕੱਠੇ ਨਹੀਂ ਹੋਣਗੇ ਤਾਂ ਉਹ ਨੁਕਸਾਨ ਨਹੀਂ ਕਰਨਗੇ, ਜਾਂ ਬਹੁਤ ਘੱਟ ਨੁਕਸਾਨ ਕਰਨਗੇ। ਕਿਉਂਕਿ ਵਿਗਿਆਨੀ ਕਹਿੰਦੇ ਆ ਕਿ 125 ਸਾਲ ਲਈ ਬੰਦਾ ਬਿਮਾਰ ਨਹੀਂ ਹੋਣਾ ਚਾਹੀਦਾ। ਜੇ ਉਹਦੇ ਸਰੀਰ 'ਚ ਜ਼ਹਿਰ ਇਕੱਠੇ ਨਾ ਹੋਣ ਅਤੇ ਉਹ ਠੀਕ ਲਾਈਫ ਸਟਾਈਲ ਜੀਵੇ ਤਾਂ 125 ਸਾਲ ਲਈ ਸਰੀਰ ਬਣਿਆ ਹੋਇਆ। ਆਪਾਂ ਜੇ ਮੰਨ ਲਓ ਲਾ ਦਈਏ ਕਿ ਚਲੋ ਕੁਛ ਚੀਜ਼ਾਂ ਸਾਡੇ ਵਿੱਚੋਂ ਬਾਹਰ ਨੇ, ਕਿ ਕੁਛ ਜ਼ਹਿਰ ਜਿਹੜੇ ਨੇ ਉਹ ਅਸੀਂ ਹੌਲੀ ਲੜਾਈ ਲੜਾਂਗੇ, ਜਦੋਂ ਸਾਫ਼ ਹੋਊਗਾ ਤਾਂ ਦੇਖਾਂਗੇ 125 ਸਾਲ। ਲੇਕਿਨ ਕਮ ਸੇ ਕਮ 10-15 ਸਾਲ ਕੱਢ ਦਈਏ ਆਪਾਂ, ਤਾਂ ਵੀ 100 ਸਾਲ ਤੋਂ ਉੱਪਰ ਹਰ ਬੰਦਾ ਜਿਹੜਾ ਉਹ ਸਿਹਤਮੰਦ ਰਹਿ ਸਕਦਾ। ਉਹ ਕਿੱਦਾਂ ਰਹਿ ਸਕਦਾ? ਡੀਟੌਕਸੀਫਿਕੇਸ਼ਨ ਇੱਕੋ ਹੱਲ ਹੈ। ਔਰ ਡੀਟੌਕਸੀਫਿਕੇਸ਼ਨ ਦੇ ਬਹੁਤ ਸਾਰੇ ਤਰੀਕੇ ਨੇ ਕਿ ਨੈਚੁਰੋਪੈਥੀ 'ਚ ਆਏ, ਨੈਚੁਰਲ ਕਿਉਰਸ ਨੇ। ਨੈਚੁਰਲ ਕਿਉਰ ਸਭ ਤੋਂ ਪਹਿਲਾਂ ਫੂਡ ਸਾਡਾ ਡੀਟੌਕਸੀਫਾਈ ਕਰਦਾ ਸਾਨੂੰ। ਅਗਰ ਭੋਜਨ ਅਸੀਂ ਠੀਕ ਖਾਈਏ ਤਾਂ ਉਹ ਡੀਟੌਕਸੀਫਾਈ ਕਰਦਾ। ਜੇ ਗਲਤ ਖਾਵਾਂਗੇ ਤਾਂ ਟੌਕਸਿਨ ਇਕੱਠੇ ਕਰੇਗਾ, ਜੇ ਠੀਕ ਖਾਵਾਂਗੇ ਤਾਂ ਟੌਕਸਿਨ ਬਾਹਰ ਕੱਢ ਦੇਗਾ। ਹੁਣ ਟੌਕਸਿਨ ਇਕੱਠੇ ਕਰਨ ਵਾਲਾ ਭੋਜਨ ਕਿਹੜਾ? ਪਹਿਲੀ ਗੱਲ ਤਾਂ ਹਾਈ ਸ਼ੂਗਰ ਡਾਈਟਸ। ਉਹ ਖੁਰਾਕ ਜਿਹਦੇ ਅੰਦਰ ਚੀਨੀ ਬਹੁਤ ਜ਼ਿਆਦਾ ਹੈ, ਕਿਉਂਕਿ ਉਹ ਆਪਣੇ ਆਪ 'ਚ ਹੀ ਟੌਕਸਿਨ ਹੈ। ਐਕਸੈਸਿਵ ਸ਼ੂਗਰ ਬਾਡੀ 'ਚ ਇਕੱਠਾ ਹੋਣਾ ਆਪਣੇ ਆਪ 'ਚ ਹੀ ਟੌਕਸਿਨ ਹੈ, ਕਿਉਂਕਿ ਐਕਸੈਸਿਵ ਸ਼ੂਗਰ ਨੂੰ ਨਿਊਟਰਲਾਈਜ਼ ਕਰਨ ਲਈ ਇਨਸੂਲਿਨ ਬਹੁਤ ਜ਼ਿਆਦਾ ਬਣਾਉਣੀ ਪੈਂਦੀ ਬਾਡੀ ਨੂੰ। ਉਹ ਆਪਣੇ ਆਪ 'ਚ ਫਿਰ ਇੱਕ ਜ਼ਹਿਰੀਲਾ ਹਾਰਮੋਨ ਹੈ। ਤਾਂ ਹੁਣ ਇਹ ਪ੍ਰੂਵ ਹੋ ਗਿਆ ਕਿ ਸਰੀਰ ਦੇ ਅੰਦਰ ਅਗਰ ਉਹ ਖਾਣੇ ਨਾ ਖਾਏ ਜਾਣ ਜਿਹਦੇ ਨਾਲ ਸ਼ੂਗਰ ਇਕੱਠੀ ਹੁੰਦੀ ਹੈ ਤਾਂ ਸਰੀਰ ਤੰਦਰੁਸਤ ਰਹਿੰਦਾ। ਜੇ ਇੱਦਾਂ ਦੇ ਖਾਣੇ ਆਪਾਂ ਖਾਵਾਂਗੇ ਜਿਹਦੇ ਨਾਲ ਸ਼ੂਗਰ ਇਕੱਠੀ ਹੋ ਗਈ ਅਤੇ ਫਿਰ ਇਨਸੂਲਿਨ ਨਾਲ ਉਹਨੂੰ ਨਿਊਟਰਲਾਈਜ਼ ਕਰਨਾ ਪਿਆ, ਉਹਦੇ ਨਾਲ ਅਸੀਂ ਬਿਮਾਰ ਹੋਵਾਂਗੇ। ਤਾਂ ਇੱਕ ਤਾਂ ਖਾਣੇ ਜਿਹੜੇ ਨੇ ਉਹ ਸਾਡੇ ਠੀਕ ਹੋਣੇ ਚਾਹੀਦੇ ਆ। ਉਹ ਖਾਣੇ ਜ਼ਹਿਰ ਨਾ ਹੋਣ। ਇੰਡਸਟਰੀ ਜਿਹੜੀ ਠੀਕ ਉਗਾਈਏ, ਆਪਾਂ ਖੇਤੀ 'ਚ ਠੀਕ ਉਗਾਈਏ ਪਹਿਲਾਂ ਤਾਂ ਕੈਮੀਕਲ ਤੋਂ ਬਿਨਾਂ, ਫਿਰ ਉਹ ਠੀਕ ਢੰਗ ਨਾਲ ਸਟੋਰ ਕਰੀਏ, ਫਿਰ ਉਹ ਠੀਕ ਢੰਗ ਨਾਲ
ਪਕਾਈਏ ਰਸੋਈ 'ਚ, ਉਹ ਵੀ ਉਹਦੇ 'ਚ ਵੀ ਅਸੀਂ ਗੜਬੜਾ ਕਰ ਰਹੇ ਹਾਂ। ਭਾਂਡੇ ਸਾਡੇ ਇਹੋ ਜਿਹੇ ਨੇ, ਐਲੂਮੀਨੀਅਮ ਦੇ ਭਾਂਡੇ ਵਰਤੀ ਜਾ ਰਹੇ ਹਾਂ ਜਾਂ ਨੌਨ ਸਟਿਕ ਵਰਤੀ ਜਾ ਰਹੇ ਜਿਹੜੇ ਜ਼ਰੀਲੇ ਨੇ। ਫਿਰ ਤਰੀਕੇ ਸਾਡੇ ਕੁੱਕਰ ਵਾਲੇ ਨੇ ਸਾਡਾ ਨਿਊਟ੍ਰੀਸ਼ਨ ਡਿਸਟਰੋਏ ਕਰਦੇ ਆ। ਮਾਈਕ੍ਰੋਵੇਵ ਲੈ ਆਂਦਾ ਸੀ, ਉਹ ਬੜਾ ਖਤਰਨਾਕ ਹੈ। ਤਾਂ ਇੱਕ ਹਰ ਸਟੈਪ 'ਤੇ ਆਪਾਂ ਗਲਤੀ ਕਰਦੇ ਹਾਂ, ਜਿਹਦੇ ਨਾਲ ਕਿ ਸਾਡਾ ਫੂਡ ਜ਼ਹਿਰੀਲਾ ਹੋ ਜਾਂਦਾ। ਪਹਿਲਾਂ ਉਗਾਉਣ 'ਚ, ਫਿਰ ਸਟੋਰ ਕਰਨ 'ਚ, ਫਿਰ ਪ੍ਰੋਸੈਸ ਕਰਨ 'ਚ, ਫਿਰ ਰਸੋਈ 'ਚ ਲਿਆਉਣ 'ਚ, ਫਿਰ ਖਾਣ 'ਚ। ਇਹ ਮਾਪਨਾ ਤੁਹਾਨੂੰ ਇੱਥੇ ਰੋਕਦਾ। ਇੱਕ ਤਾਂ ਤੁਸੀਂ ਚੀਨੀ ਦੀ ਗੱਲ ਕੀਤੀ ਆ ਵੀ ਇੱਕ ਚੀਨੀ ਜਿਹੜੀ ਆ ਉਹ ਸਾਡੀ ਬੋਡੀ ਨੂੰ ਟੌਕਸਿਨਸ ਜਿਹੜੇ ਆ ਉਹ ਬੋਡੀ ਦੇ ਅੰਦਰ ਧੱਕ ਰਹੀ ਹੈ, ਲਗਾਤਾਰ ਜਿਹੜੀ ਆ ਬੋਡੀ ਦੇ ਅੰਦਰ ਸਟੋਰ ਹੁੰਦੇ ਜਾ ਰਹੇ ਨੇ। ਇਸ ਤੋਂ ਇਲਾਵਾ ਵੀ ਕੁਝ ਇਸ ਤਰ੍ਹਾਂ ਦੀ ਚੀਜ਼ਾਂ ਨੇ ਜਿਹੜੀਆਂ ਕਿ ਬੋਡੀ ਦੇ ਅੰਦਰ ਟੌਕਸਿਨਸ ਭੇਜ ਰਹੀਆਂ ਨੇ। ਬਿਲਕੁਲ। ਇੱਕ ਤਾਂ ਉਹ ਚੀਜ਼ਾਂ ਜਿਹਦੇ ਅੰਦਰ ਸ਼ੂਗਰ ਜਲਦੀ ਚੱਕਦੀਆਂ, ਜਿਵੇਂ ਚੌਲ ਨੇ, ਵਾਈਟ ਰਾਈਸ, ਈਵਨ ਜਿਹੜੀ ਠਿਗਣੀ ਕਣਕ ਹੈ ਜਿਹੜੀ ਅਸੀਂ ਲੈ ਕੇ ਆਏ ਗ੍ਰੀਨ ਰੈਵੋਲੂਸ਼ਨ ਦੇ ਨਾਂ 'ਤੇ, ਜਿਹੜੀ ਸਾਡੀ ਲੰਬੀ ਕਣਕ ਸੀਗੀ ਉਹ ਡਿਫਰੈਂਟ ਸੀਗੀ। ਇਹ ਜਿਹੜੀ ਮਦਰੀ ਕਣਕ ਹੈ ਇਹ ਪ੍ਰੂਵ ਹੋ ਗਿਆ ਕਿ ਇਹ ਵੀ ਬਿਮਾਰ ਕਰ ਰਹੀ ਸਾਨੂੰ। ਇਹ ਬਹੁਤ ਜਲਦੀ ਗਲੂਕੋਜ਼ ਨੂੰ ਚੱਕ ਦਿੰਦੀ ਉੱਪਰ ਨੂੰ। ਵਾਈਟ ਰਾਈਸ ਵੀ ਬਹੁਤ ਚੱਕਦੇ ਆ ਤੇ ਇਹ ਵੀ ਬਹੁਤ ਚੱਕਦੀ ਹੈ। ਫਿਰ ਥੋੜ੍ਹਾ ਪ੍ਰੋਸੈਸਡ ਫੂਡ ਹੈ ਸਾਰਾ, ਜਿੰਨੀਆਂ ਅਸੀਂ ਪੇਸਟਰੀਆਂ, ਕੇਕ, ਮਿਠਾਈਆਂ, ਬਿਸਕੁਟ, ਜਿੰਨਾ ਫਾਸਟ ਫੂਡ ਹੈ ਸਾਰਾ ਦਾ ਸਾਰਾ ਇਹ ਹਾਈ ਕਾਰਬੋਹਾਈਡਰੇਟ ਹੈ। ਇਹ ਸਾਰੇ ਰਿਫਾਈਨਡ ਕਾਰਬੋਹਾਈਡਰੇਟਸ ਕਹਿੰਦੇ ਆਪਾਂ ਨੂੰ, ਜਿਹੜੀ ਕਿ ਇੱਕਦਮ ਸ਼ੂਗਰ ਨੂੰ ਕਿੱਕ ਉੱਪਰ ਚੱਕ ਦਿੰਦੇ ਆ। ਇਹ ਸਾਰੇ ਦੇ ਸਾਰੇ ਖਾਣੇ ਜਿਹੜੇ ਨੇ ਕਿਤੇ ਨਾ ਕਿਤੇ ਗਲਤ ਨੇ। ਸਾਡੀ ਲੋੜ ਹੈ ਕਿ ਅਸੀਂ ਉੱਦਾਂ ਦੇ ਖਾਣੇ ਖਾਈਏ ਜਿਹੜੇ ਹੌਲੀ ਅਬਜ਼ੌਰਬ ਹੋਣ ਅਤੇ ਸ਼ੂਗਰ ਨੂੰ ਉਹ ਸਮੂਥਲੀ ਹੌਲੀ ਉੱਪਰ ਲੈ ਕੇ ਜਾਣ ਅਤੇ 24 ਘੰਟੇ ਸਾਡੀ ਸ਼ੂਗਰ ਜਿਹੜੀ ਆ ਸਮੂਥ ਰਹੇ। ਤਾਂ ਉਹ ਸਾਰੇ ਖਾਣੇ ਅਸੀਂ ਬੰਦ ਕਰਨੇ ਆ। ਦੂਜੀ ਗੱਲ, ਨਿਊਟ੍ਰੀਸ਼ਨਲੀ ਰਿਚ ਖਾਣੇ ਖਾਈਏ, ਜਿਹੜੇ ਖੁਰਾਕੀ ਤੱਤਾਂ ਨਾਲ ਭਰਪੂਰ ਖਾਣੇ ਨੇ, ਜਿੱਦਾਂ ਕੱਚੇ ਖਾਣੇ ਨੇ, ਫਲ ਨੇ, ਸਬਜ਼ੀਆਂ ਨੇ। ਫਲ ਔਰ ਸਬਜ਼ੀਆਂ ਜਿੰਨਾ ਅਸੀਂ ਕੱਚਾ ਖਾ ਸਕਦੇ ਹਾਂ, ਮਤਲਬ ਅਸੀਂ ਅੱਧਾ ਕੱਚਾ ਖਾਈਏ, ਘੱਟੋ ਘੱਟ 50%, ਮਤਲਬ 2.5 ਕਿਲੋ ਲਗਭਗ ਖਾਂਦੇ ਆਪਾਂ ਦੇ ਦਾ, ਇਹ 1.25 ਕਿਲੋ ਅਸੀਂ ਕੱਚਾ ਖਾ ਜਾਈਏ ਫਲ ਅਤੇ ਸਬਜ਼ੀਆਂ ਰਲ ਕੇ। ਫਲ, ਸਬਜ਼ੀਆਂ, ਚਟਣੀ, ਅਤੇ ਅੱਗੇ ਥੋੜ੍ਹੇ ਬਹੁਤੇ ਜੂਸਿਸ, ਅਗਰ ਜੂਸ ਪੀਣੇ ਆ ਤਾਂ ਉਹ ਜੋ ਜਾਂ ਆਪਾਂ ਸਪਰਾਊਟਸ ਖਾਂਦੇ ਹਾਂ, ਪੁੰਗਰਾ ਕੇ ਖਾਂਦੇ ਹਾਂ, ਜਾਂ ਆਪਾਂ ਡਰਾਈ ਫਰੂਟਸ ਖਾਂਦੇ ਹਾਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੱਚੀਆਂ, ਨਾਰੀਅਲ ਹੈ, ਸਾਰੀਆਂ ਜਦੋਂ ਕੱਚੀਆਂ ਖਾਵਾਂਗੇ ਤਾਂ ਉਹ ਕੱਚੀਆਂ ਚੀਜ਼ਾਂ ਨਿਊਟ੍ਰੀਸ਼ਨਲੀ ਬਹੁਤ ਰਿਚ ਨੇ। ਔਰ ਜਿਹੜੀ ਚੀਜ਼ ਵੀ ਨਿਊਟ੍ਰੀਸ਼ਨਲੀ ਰਿਚ ਹੋਏਗੀ ਉਹ ਡੀਟੌਕਸੀਫਾਈਂਗ ਹੋਏਗੀ, ਕਿਉਂਕਿ ਜੋ ਕੁਦਰਤ ਦੇ ਅੰਦਰ ਕੁਦਰਤ ਨੇ ਸਾਡੇ ਅੰਦਰ ਪ੍ਰਮਾਤਮਾ ਨੇ ਇੰਨੀ ਵਿਜ਼ਡਮ ਪਾਈ ਹੈ ਸਰੀਰ ਦੇ ਅੰਦਰ ਕਿ ਉਹ ਵਿਜ਼ਡਮ ਜਿਹੜੀ ਹੈ ਉਹ ਆਪਣੇ ਆਪ ਸਾਰਾ ਕੁਝ ਕਰ ਲੈਂਦੀ ਹੈ, ਪ੍ਰੋਵਾਈਡਡ ਉਹਨਾਂ ਕੋਲ ਸਾਰਾ ਰਾ ਮਟੀਰੀਅਲ ਹੋਵੇ ਪ੍ਰੋਪਰ। ਸੋ ਡਾਕਟਰ ਸਾਹਿਬ, ਇਹ ਤਾਂ ਤੁਸੀਂ ਦੱਸਿਆ ਕਿ ਖਾਣੇ ਜਿਹੜੇ ਨੇ ਸਾਡੇ ਉਹ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ, ਕਿਹੜੀ ਚੀਜ਼ਾਂ ਜਿਹੜੀਆਂ ਸਾਨੂੰ ਨੁਕਸਾਨ ਕਰ ਰਹੀਆਂ ਨੇ, ਕਿਹੜੀ ਚੀਜ਼ਾਂ ਜਿਹੜੀਆਂ ਸਾਡਾ ਅੰਦਰ ਜਿਹੜੇ ਨੇ ਉਹ ਜ਼ਹਿਰ ਤੱਕ ਰਹੀਆਂ ਨੇ। ਪਰ ਮੰਨ ਲਓ ਵੀ ਇਸ ਦੇ ਬਾਵਜੂਦ ਵੀ ਕੁਝ ਲੋਕਾਂ ਨੂੰ ਹੁਣ ਜਿਹੜੇ ਬੰਦੇ ਨੇ ਉਹ ਨਵਾਂ ਇਲਾਜ ਸਟਾਰਟ ਕਰਨਗੇ ਤਾਂ ਉਹ ਰੋਕ ਸਕਦੇ ਨੇ, ਹਲੇ ਉਹ ਇਸ ਚੀਜ਼ ਤੋਂ ਬਚ ਸਕਦੇ ਨੇ ਆਉਣ ਵਾਲੇ ਸਮੇਂ 'ਚ ਜੇ ਤੁਹਾਨੂੰ ਫੋਲੋ ਕਰਦੇ ਨੇ ਤਾਂ। ਲੇਕਿਨ ਜਿਨ੍ਹਾਂ ਦੇ ਅੰਦਰ ਇਹ ਬਿਮਾਰੀਆਂ ਆਲਰੇਡੀ ਚਲੀਆਂ ਹੀ ਗਈਆਂ, ਪਿਸ਼ਾਬ ਦੀ ਇਨਫੈਕਸ਼ਨ ਹੈ, ਮੰਨ ਲਓ ਆਪਾਂ ਇੱਕ ਉਦਾਹਰਨ ਦੇ ਤੌਰ ਦੇ ਉੱਤੇ ਚੱਲਦੇ ਹਾਂ, ਪਿਸ਼ਾਬ ਦੀ ਇਨਫੈਕਸ਼ਨ ਹੈ, ਤਾਂ ਇਹਨਾਂ ਨੂੰ ਲੈ ਕੇ ਉਹਦਾ ਇਲਾਜ ਕੀ ਹੈ ਤੁਹਾਡੇ ਮੁਤਾਬਕ? ਦਵਾਈਆਂ ਜਿਹੜੀਆਂ ਨੇ ਉਹ ਐਲੋਪੈਥੀ ਦੀ ਦਵਾਈਆਂ ਦਾ ਜਿਹੜੀਆਂ ਨੇ ਉਹ ਤੁਸੀਂ ਕਹਿੰਦੇ ਹੋ ਵੀ ਸਾਰੀ ਉਮਰ ਵਾਸਤੇ ਬੰਦਾ ਦਵਾਈਆਂ ਖਾਣ ਜੋਗਾ ਹੀ ਰਹਿ ਜਾਂਦਾ। ਕੀ ਇਸ ਦਾ ਇਲਾਜ ਜਿਹੜਾ ਉਹ ਕਿਸੇ ਐਸੇ ਢੰਗ ਨਾਲ ਵੀ ਕੀਤਾ ਜਾ ਸਕਦਾ ਕਿ ਜਿਹੜਾ ਕਿ ਨਾ ਸਿਰਫ ਇਲਾਜ ਕਰੇ ਬਲਕਿ ਜਿਹੜਾ ਬਾਡੀ ਨੂੰ ਵੀ ਨੁਕਸਾਨ ਨਾ ਪਹੁੰਚਾਵੇ? ਹਾਂ ਬਿਲਕੁਲ। ਇੱਕ ਤਾਂ ਜਿਹੜਾ ਫੂਡ ਬਾਰੇ ਸਾਨੂੰ ਹੁਣ ਤੱਕ ਇਹ ਇੰਪਰੈਸ਼ਨ ਹੈ ਕਿ ਫੂਡ ਸਾਨੂੰ ਸਿਰਫ ਬਿਮਾਰੀ ਦੀ ਰੋਕਥਾਮ ਕਰਦਾ ਹੈ। ਅੱਜ ਇਹ ਸਿੱਧ ਹੋ ਗਿਆ ਕਿ ਫੂਡ ਇਕੱਲਾ ਰੋਕਥਾਮ ਨਹੀਂ ਕਰਦਾ, ਫੂਡ ਕਿਉਰ ਵੀ ਕਰਦਾ। ਅਗਰ ਤੁਹਾਡਾ ਫੂਡ ਠੀਕ ਕਰ ਲਈਏ ਅਸੀਂ, ਅਗਰ ਖਾਣਾ ਠੀਕ ਕਰ ਲਈਏ, ਜਿਵੇਂ ਆਪਾਂ ਰਾ ਫੂਡ ਦੀ ਗੱਲ ਕਰ ਰਹੇ ਸੀ, ਉਹਦੇ ਨਾਲ ਅਸੀਂ ਜਿਹੜੇ ਮਿਲਟਸ ਆਪਣੇ ਗ੍ਰੇਨਸ ਨੇ, ਅਨਾਜ ਅਸੀਂ ਕਹਿੰਦੇ ਹਾਂ ਕਿ ਤੁਸੀਂ ਕਣਕ ਚੌਲ ਨਾ ਖਾਓ, ਕਣਕ ਚੌਲ ਦੀ ਬਜਾਏ ਮਿਲਟਸ ਖਾਓ। ਮਿਲਟਸ ਐਡੇ ਵਧੀਆ ਅਨਾਜ ਨੇ ਕਿ ਜੇ ਆਪਾਂ ਖਾਵਾਂਗੇ ਤਾਂ ਉਹ ਪੂਰਾ ਭੋਜਨ ਜਿਹੜਾ ਸਾਡਾ ਉਹ ਬੈਲੈਂਸ ਹੋ ਜਾਏਗਾ। ਤਾਂ ਅਨਾਜ ਦੇ ਐਨੀਮਲ ਫੂਡ ਨਾ ਖਾਈਏ ਆਪਾਂ, ਜਿਵੇਂ ਦੁੱਧ ਹੈ ਫਾਰ ਐਗਜ਼ਾਮਪਲ, ਦੁੱਧ ਬਿਮਾਰ ਕਰਦਾ, ਜਿਵੇਂ ਕਣਕ ਤੇ ਚੌਲ ਬਿਮਾਰ ਕਰ ਰਹੇ ਹੈ, ਜਿਵੇਂ ਚੀਨੀ ਬਿਮਾਰ ਕਰ ਰਹੀ ਹੈ, ਜਿਵੇਂ ਸਾਡੇ ਰਿਫਾਈਨਡ ਆਇਲਸ ਜਾਂ ਜਿਹੜੇ ਰੋਂਗ ਟਾਈਪ ਗਲਤ ਕਿਸਮ ਦੇ ਤੇਲ ਬਿਮਾਰ ਕਰ ਰਹੇ ਹੈ, ਉੱਦਾਂ ਹੀ ਸਾਨੂੰ ਜਿਹੜੀ ਹੈ ਜਿਹੜੇ ਗਲਤ ਕਿਸਮ ਦੇ ਭੋਜਨ ਨੇ ਉਹ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਬਿਮਾਰ। ਆਪਣਾ ਤੁਸੀਂ ਦੁੱਧ ਦੀ ਗੱਲ ਕੀਤੀ ਹੈ ਕਿ ਦੁੱਧ ਜਿਹੜਾ ਉਹ ਨਹੀਂ ਪੀਣਾ ਚਾਹੀਦਾ, ਪਰ ਦਿਮਾਗ ਦੇ ਵਿੱਚ ਤਾਂ ਇੱਕ ਕਨਸੈਪਟ ਬੈਠਾ ਹੋਇਆ ਵੀ ਦੁੱਧ ਤੋਂ ਬਿਨਾਂ ਜਿਹੜਾ ਕੈਲਸ਼ੀਅਮ ਨਹੀਂ ਮਿਲਣਾ ਕਿਸੇ ਨੂੰ। ਨਹੀਂ, ਦੁੱਧ ਦਾ ਕੈਲਸ਼ੀਅਮ ਤਾਂ ਬਹੁਤ ਹੀ ਨਿਖਿੱਧ ਹੁੰਦਾ। ਦੁੱਧ ਦਾ ਕੈਲਸ਼ੀਅਮ ਬਹੁਤ ਹੀ ਨਿਖਿੱਧ ਹੈ, ਗਲਤ ਥਾਂ 'ਤੇ ਜਾ ਕੇ ਜੰਮਦਾ। ਔਰ ਦੂਜੀ ਗੱਲ, ਦੁੱਧ ਦੇ ਅੰਦਰ ਕੈਲਸ਼ੀਅਮ ਜਿਹੜਾ ਹੁੰਦਾ ਅਬਜ਼ੌਰਬੇਬਲ ਹੀ ਨਹੀਂ ਹੈ, ਅਬਜ਼ੌਰਬ ਨਹੀਂ ਹੁੰਦਾ। ਮਤਲਬ 1 ਕਿਲੋ ਦੁੱਧ 'ਚ 1 ਗ੍ਰਾਮ ਹੈਗਾ ਤਾਂ 100 ਮਿਲੀਗ੍ਰਾਮ ਦਾ ਅਬਜ਼ੌਰਬ ਹੁੰਦਾ ਸਿਰਫ। ਔਰ ਦੁੱਧ ਦੀਆਂ ਰਿਚ ਸੋਰਸਿਸ ਬਹੁਤ ਜ਼ਿਆਦਾ ਪਲਾਂਟ 'ਚ ਪੌਦਿਆਂ 'ਚ ਹੈਗੀਆਂ ਨੇ, ਕਿਉਂਕਿ ਦੁੱਧ ਦੇ ਕੈਲਸ਼ੀਅਮ ਪਿੱਛੇ ਆਪਾਂ ਗਲਤ ਫੂਡ ਨਹੀਂ ਖਾ ਸਕਦੇ। ਤਿਲ ਤੁਹਾਡੇ ਬਹੁਤ ਰਿਚ ਨੇ, ਰਾਗੀ ਤੁਹਾਡੀ ਬਹੁਤ ਰਿਚ ਹੈ ਕੈਲਸ਼ੀਅਮ 'ਚ, ਤੁਹਾਡੇ ਮਖਾਣੇ ਬਹੁਤ ਰਿਚ ਨੇ, ਜਿੰਨੇ ਮਿਲਟਸ ਨੇ ਸਾਰੇ ਰਿਚ ਨੇ ਕੈਲਸ਼ੀਅਮ ਦੇ ਅੰਦਰ। ਕੈਲਸ਼ੀਅਮ ਦੀ ਕੋਈ ਜ਼ਰੂਰਤ ਨਹੀਂ, ਸਾਡਾ ਵਿਟਾਮਿਨ ਡੀ ਠੀਕ ਹੋਣਾ ਚਾਹੀਦਾ। ਜੇ ਅਸੀਂ ਧੁੱਪ 'ਚ ਜਾ ਰਹੇ ਹਾਂ, ਧੁੱਪੇ ਜਾਣਾ ਬਹੁਤ ਜ਼ਿਆਦਾ ਉੱਤਮ ਹੈ। ਅਗਰ ਅਸੀਂ ਧੁੱਪ 'ਚ ਠੀਕ ਜਾ ਰਹੇ ਹਾਂ, ਵਿਟਾਮਿਨ ਡੀ ਠੀਕ ਹੈ, ਤਾਂ ਸਾਡੀ ਕੈਲਸ਼ੀਅਮ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ, ਪ੍ਰੋਵਾਈਡਡ ਸਾਡਾ ਫੂਡ ਜਿਹੜਾ ਬੈਲੈਂਸ ਹੋਵੇ। ਦੁੱਧ ਦੀ ਕੋਈ ਲੋੜ ਨਹੀਂ ਕੈਲਸ਼ੀਅਮ ਵਾਸਤੇ, ਨਾ ਕੈਲਸ਼ੀਅਮ ਵਾਸਤੇ ਨਾ ਪ੍ਰੋਟੀਨਸ ਵਾਸਤੇ।
तो किते ना किते एनीमल फूड जो माइनस करना जो बहुत जरूरी है। तो एक तो हो गया फूड, दूसरा हो गया दवा पौधे। साढ़े को इन्ने वंडरफुल दवा पौधे हैं कि ये दवा 1000 पौधा जो दवाई का गुण रखता है साढ़े आले दुआले 1000। जे असीं उस 100 भी आइडेंटिफाई करना सीख लीए तो अपनी लाइफ च ले आईए बहुत है। सो उन्होंने पौधों का इस्तेमाल करना, क्योंकि कलौंजी ਜਿਹੜੀਆਂ दवाइयां ओरिजिनली बनिया ਸੀਗੀਆਂ ਸਾਰੀਆਂ पौधों तो बनिया ਸੀਗੀਆਂ। ਇਹ ਤਾਂ ਬਾਅਦ ਸਾਇੰਟਿਸਟਾਂ ਨੇ ਸੌਖਾ ਕੰਮ ਲੱਭ ਲਿਆ ਕਿ ਉਹਨੂੰ ਕੈਮੀਕਲ ਬਦਲ ਬਣਾ ਲਏ ਉਹਦੇ, ਜਿਹਦੇ ਨਾਲ ਕਿ ਉਹ ਦਵਾਈਆਂ ਜਿਹੜੀਆਂ ਸੀਗੀਆਂ ਫਾਇਦਾ ਕਰਨ ਦੀ ਬਜਾਏ ਨੁਕਸਾਨ ਕਰਨ ਲੱਗ ਗਈਆਂ। तो ਅੱਜ ਵੀ ਜਿਵੇਂ ਅਸੀਂ ਕਹਿੰਦੇ ਹਾਂ ਕਿ ਕਣਕ ਚੌਲ ਤੋਂ ਪਿੱਛੇ ਬਦਲ ਲਿਆ ਉਹ ਮੂਲ ਅਨਾਜ, ਉੱਦਾਂ ਹੀ ਦਵਾਈਆਂ ਦੇ ਮੂਲ ਜਿਹੜੇ ਨੇ ਉਹ ਵੀ ਪੌਦੇ ਨੇ। ਔਰ ਪੌਦੇ ਐਡੇ ਵੰਡਰਫੁਲ ਨੇ ਕਿ ਸਾਨੂੰ ਇਹ ਪ੍ਰਭਾਵ ਬਣਿਆ ਹੋਇਆ ਕਿ ਸ਼ਾਇਦ ਪੌਦੇ ਜਿਹੜੇ ਨੇ ਇਹ ਬੜੀ ਵੀਕ ਜੀ ਕਮਜ਼ੋਰ ਜੀ ਦਵਾਈ ਹੈ ਤੇ ਗੋਲੀਆਂ ਦੇ ਕੈਪਸੂਲ ਬੜੇ ਸਟਰੋਂਗ ਨੇ। ਤੇ ਕੁਝ ਤੁਸੀਂ ਉਦਾਹਰਨ ਦੇ ਸਕਦੇ ਹੋ ਕੁਝ ਬਿਮਾਰੀਆਂ 'ਚ ਕੁਝ ਪੌਦੇ ਜਿਹੜੇ ਹੋਣਗੇ ਸਾਡੇ ਆਲੇ ਦੁਆਲੇ ਭਰਿਆ ਪਿਆ ਸੀ। ਅਸੀਂ ਦੇਖੋ ਘਰ 'ਚ ਕਿੰਨੇ ਦਵਾ ਪੌਦੇ ਤੁਹਾਡੇ ਕੋਲੇ। ਤੁਸੀਂ ਅਦਰਕ ਤੋਂ ਸ਼ੁਰੂ ਕਰ ਲਓ, ਅਦਰਕ ਹੈ, ਲਸਣ ਹੈ, ਪਿਆਜ਼ ਹੈ, ਹਲਦੀ ਮਸਾਲੇ ਸਾਰੇ, ਹਲਦੀ ਹੈ, ਜੀਰਾ ਹੈ, ਅਜਵਾਇਣ ਹੈ, ਤੁਹਾਡਾ ਹਿੰਗ ਹੈ, ਕਿੰਨੇ ਨੇ ਤੁਹਾਡੇ ਆਲੇ ਦੁਆਲੇ ਪੌਦੇ ਨੇ, ਕੜੀ ਪੱਤਾ ਹੈ, ਪੁਦੀਨਾ ਹੈ, ਤੁਲਸੀ ਹੈ, ਘੱਟੋ ਘੱਟ 100 150 200। ਨਹੀਂ ਮੇਰੇ ਕਹਿਣ ਤੋਂ ਭਾਵ ਹੈ ਵੀ ਔਰਤਾਂ ਦੀ ਬਿਮਾਰੀਆਂ ਦੀ ਆਪਾਂ ਗੱਲ ਕਰ ਰਹੇ ਹਾਂ, ਉਹਨਾਂ ਦੇ ਵਿੱਚ ਕਿਹੜੇ ਪੌਦੇ ਤੇ ਕਿਹੜੀ ਬਿਮਾਰੀ 'ਚ ਸਹਾਇਕ ਹੋ ਸਕਦੇ? ਬਿਮਾਰੀ ਤੋਂ ਬਿਮਾਰੀ ਥੋੜ੍ਹੀ ਜਿਹੀ ਪੱਤੇ ਇਹ ਡਿਫਰ ਕਰਦੇ ਆ। ਇਹ ਆਪਾਂ ਇੱਕੋ ਸਟੈਂਡਰਡ ਜਨਰਲ ਫਾਰਮੂਲਾ ਅਗਰ ਦੱਸਾਂਗੇ ਤਾਂ ਉਹ 'ਚ ਗੱਲ ਫਿੱਟ ਨਹੀਂ ਬੈਠਣੀ ਬਹੁਤੀ, ਲੇਕਿਨ ਇਹ ਸਾਰੇ ਕਿਤੇ ਨਾ ਕਿਤੇ ਹੈਲਦੀ ਕਰਦੇ ਸਾਨੂੰ। ਇਹ ਆਪਾਂ ਨਾ ਥੋੜ੍ਹਾ ਜਿਹਾ ਇਸ ਗੱਲ ਨੂੰ ਤੋਂ ਵੀ ਨਿਕਲੀਏ ਵੀ ਕੁਦਰਤ ਦੀ ਵਿਜ਼ਡਮ ਜਿਹੜੀ ਹੁੰਦੀ ਹੈ ਉਹ ਜਦੋਂ ਜੇ ਸਾਡੀ ਬਾਡੀ ਠੀਕ ਹੈ, ਸਾਡੀ ਬਾਡੀ ਦੇ ਅੰਦਰ ਜਿਹਨੂੰ ਕਹਿੰਦੇ ਇਹ ਯੋਗਾ 'ਚ ਕਹਿੰਦੇ ਇਹਨੂੰ ਪ੍ਰਾਣ ਸ਼ਕਤੀ, ਇਹਨੂੰ ਆਪਾਂ ਜੀਵਨੀ ਸ਼ਕਤੀ ਵੀ ਕਹਿ ਸਕਦੇ ਹਾਂ। ਜੇ ਸਾਡੀ ਬਾਡੀ ਦੇ ਅੰਦਰ ਪ੍ਰਾਣ ਸ਼ਕਤੀ ਪੂਰੀ ਪ੍ਰਚੰਡ ਹੈ ਤਾਂ ਬਾਡੀ ਦੇ ਅੰਦਰ ਆਪਣੀ ਸੈਲਫ ਵਿਜ਼ਡਮ ਬਹੁਤ ਜ਼ਿਆਦਾ ਹੈ, ਉਹ ਆਪਣੇ ਆਪ ਠੀਕ ਕਰ ਲੈਂਦੀ ਹੈ। ਅਸੀਂ ਤਾਂ PCOD ਠੀਕ ਹੋ ਜਾਂਦੀ ਹੈ। ਹੁਣ ਕੁੜੀਆਂ ਦੇ ਜਿਹੜੇ ਗੱਠਾਂ ਨੇ ਓਵਰੀ ਦੀਆਂ, ਜੇ ਤੁਸੀਂ ਠੀਕ ਡਾਈਟ ਦੇਣ ਲੱਗ ਜਾਓ, ਪਲੱਸ ਨਾਲ ਉਹਨੂੰ ਕੋਈ ਐਕਸਰਸਾਈਜ਼ ਕਰਾ ਦਿਓ, ਯੋਗਾ ਕਰਾ ਦਿਓ, ਪਲੱਸ ਨਾਲ ਕੋਈ ਪਲਾਂਟ ਮੈਡੀਸਨ ਦੇ ਦਿਓ, ਤਾਂ ਕੀ ਹੋਊਗਾ ਕਿ ਉਹਦੀ ਬਾਡੀ ਦੇ ਅੰਦਰ ਹੀ ਆਪਣੇ ਆਪ ਉਹ ਬਾਡੀ ਲੜ ਲਏਗੀ ਉਹਦੇ ਨਾਲ ਅਤੇ ਉਹ ਠੀਕ ਹੋ ਜਾਣਗੀਆਂ। ਈਵਨ ਪ੍ਰੈਗਨੈਂਸੀਜ਼ ਹੋ ਜਾਂਦੀਆਂ ਨੇ ਠੀਕ ਭੋਜਨ ਖਾਣ ਨਾਲ ਅਤੇ ਠੀਕ ਦਵਾ ਪੌਦੇ ਖਾਣ ਨਾਲ। ਤਾਂ ਇਹ ਜਿਹੜਾ ਕੰਬੀਨੇਸ਼ਨ ਹੈ ਠੀਕ ਭੋਜਨ, ਠੀਕ ਦਵਾ ਪੌਦੇ, ਬਾਡੀ ਨੂੰ ਸਟਰਡੀ ਪੂਰੇ ਮੁਸ਼ੱਕਤ ਵਾਲੇ ਢੰਗ ਨਾਲ ਵਰਤਣਾ, ਚਾਹੇ ਸਖਤ ਕੰਮ ਕਰਨਾ, ਚਾਹੇ ਵਰਜਿਸ਼ ਕਰਨਾ, ਜਾਂ ਕੋਈ ਗੇਮ ਖੇਡਣੀ। ਔਰ ਅੱਗੇ ਆ ਗਿਆ ਤੁਹਾਡੇ ਨੰਬਰ 4 'ਤੇ ਆ ਗਿਆ ਤੁਹਾਡਾ ਮਾਈਂਡ ਮੈਨੇਜਮੈਂਟ, ਕਿ ਬੰਦਾ ਤਣਾਅ 'ਚ ਨਾ ਰਹੇ। ਤਣਾਅ ਜਿਹੜਾ ਇਹ ਸਿਹਤ ਦਾ ਦੁਸ਼ਮਣ ਹੈ ਔਰ ਫਿਰ ਕੋਈ ਬਿਮਾਰੀ ਠੀਕ ਨਹੀਂ ਹੋਣ ਦਿੰਦਾ। ਤਣਾਅ ਤਾਂ ਤੁਹਾਡਾ ਤੁਸੀਂ ਇੱਕ ਦਿਨ ਤਣਾਅ 'ਚ ਆ ਜਾਓ, ਨਾਲ ਦੀ ਨਾਲ ਅਗਲੇ ਦਿਨ ਬਿਮਾਰ ਹੋ ਜਾਂਦੇ ਤੁਸੀਂ। ਸੋ ਤਣਾਅ 'ਚ ਆਉਣਾ ਜਿਹੜਾ ਹੈ, ਪ੍ਰੋਪਰ ਨੀਂਦ ਨਾ ਲੈਣਾ, ਅਗਰ ਤੁਹਾਡੀ ਨੀਂਦ ਪ੍ਰੋਪਰ ਨਹੀਂ ਤਾਂ ਵੀ ਬਿਮਾਰ ਹੋਵੋਗੇ। ਅਗਰ ਤੁਹਾਡਾ ਪੇਟ ਠੀਕ ਕੰਮ ਨਹੀਂ ਕਰ ਰਿਹਾ, ਕਬਜੀ ਹੋ ਰਹੀ, ਤਾਂ ਵੀ ਠੀਕ ਬਿਮਾਰ ਹੋਵੋਗੇ। ਤਾਂ ਕਿਤੇ ਨਾ ਕਿਤੇ ਜਿਹੜਾ ਹੈ ਉਹ ਪੂਰੇ ਦਾ ਪੂਰਾ ਆਪਣਾ ਸਿਸਟਮ ਜਿਹੜਾ ਹੈ ਉਹਨੂੰ ਇੱਕ ਸਿੱਖਣਾ ਚਾਹੀਦਾ ਕਿ ਅਸੀਂ ਤਣਾਅ ਮੁਕਤ ਕਿੱਦਾਂ ਰਹਿਣਾ। ਫਿਰ ਅੱਗੇ ਜਿਹੜੀਆਂ ਦੂਜੀਆਂ ਪੈਥੀਜ਼ ਨੇ, ਨੈਚੁਰੋਪੈਥੀ ਦੇ ਬਹੁਤ ਸਾਰੇ ਟੈਕਨੀਕਸ ਨੇ, ਹੋਮੋਪੈਥੀ ਹੈ, ਆਯੁਰਵੈਦਿਕ ਹੈ, ਐਕੂਪ੍ਰੈਸ਼ਰ ਹੈ। ਤਾਂ ਕਿੰਨੀਆਂ ਪੈਥੀਜ਼ ਨੇ ਜਿਹੜੀਆਂ ਕਿ ਹਾਰਮਲੈਸ ਨੇ। ਫਿਰ ਐਲੋਪੈਥੀ ਦੇ ਅੰਦਰ ਵੀ ਕੁਛ ਅੱਛੀਆਂ ਚੀਜ਼ਾਂ ਹੈਗੀਆਂ ਨੇ, ਐਸੀ ਗੱਲ ਨਹੀਂ ਕਿ ਐਲੋਪੈਥੀ ਸਾਰੀ ਮਾੜੀ ਹੈ। ਐਲੋਪੈਥੀ ਦੇ ਅੰਦਰ ਵੀ ਕਾਫੀ ਅੱਛੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਆਪਾਂ ਲੈ ਸਕਦੇ ਹਾਂ। ਤਾਂ ਕਿਤੇ ਨਾ ਕਿਤੇ ਬੈਲੈਂਸ ਢੰਗ ਦੇ ਨਾਲ ਆਪਾਂ ਅਗਰ ਚੱਲੀਏ, ਇਹਨੂੰ ਅੱਜ ਦੇ ਯੁੱਗ 'ਚ ਅਸੀਂ ਨਾਂ ਦੇ ਰਹੇ ਹਾਂ ਹੋਲਿਸਟਿਕ ਹੈਲਥ ਕੇਅਰ। ਹੋਲਿਜ਼ਮ ਯਾਨੀ ਕਿ ਪੂਰੇ ਦਾ ਪੂਰਾ ਬਾਡੀ ਨੂੰ ਤੰਦਰੁਸਤ ਰੱਖਣਾ ਸਾਰੇ ਢੰਗ ਵਰਤ ਕੇ। ਇਕੱਲੇ ਕਿਸੇ ਇੱਕ ਪਰਟੀਕੂਲਰ ਦਵਾਈ 'ਤੇ ਨਿਰਭਰ ਨਹੀਂ ਕਰਨਾ। ਪਰਟੀਕੂਲਰ ਦਵਾਈ 'ਤੇ ਨਿਰਭਰ ਕਰਨ ਦਾ ਸਿੱਟਾ ਜਿਹੜਾ ਨਿਕਲਦਾ ਉਲਟਾ ਨਿਕਲਦਾ। ਜਦੋਂ ਤੁਸੀਂ ਐਲੋਪੈਥਿਕ ਦਵਾਈ ਕਿਸੇ ਪਰਟੀਕੂਲਰ ਪਰਪਸ ਲਈ ਖਾਂਦੇ ਹੋ ਤਾਂ ਉਹ ਪ੍ਰੂਵ ਹੋ ਗਿਆ ਕਿ ਸ਼ੂਗਰ ਦੇ ਅੰਦਰ ਜਿਹੜਾ ਬੰਦਾ ਦਵਾਈ ਖਾਂਦਾ ਉਹ ਇਕੱਲਾ ਇਹ ਨਹੀਂ ਵੀ ਕਿ ਉਹਨੂੰ ਫਾਇਦਾ ਨਹੀਂ ਹੁੰਦਾ, ਕਿਉਂਕਿ ਸ਼ੂਗਰ ਦੀਆਂ ਦਵਾਈਆਂ ਖਾਣ ਦੇ ਬਾਵਜੂਦ ਵੀ ਉਹਨੂੰ ਕੰਪਲੀਕੇਸ਼ਨ ਹੋ ਜਾਂਦੀਆਂ ਨੇ। ਉਸ ਤੋਂ ਵੀ ਅੱਗੇ ਆ ਗਿਆ ਕਿ ਜਿਹੜਾ ਸ਼ੂਗਰ ਦੀ ਦਵਾਈ ਨਾਲ ਆਪਣੀ ਸ਼ੂਗਰ ਠੀਕ ਕਰਦਾ ਉਹਦੀ ਉਮਰ ਘੱਟਦੀ ਹੈ ਉਲਟਾ ਦਵਾਈਆਂ ਨਾਲ। ਸੇਮ BP ਬਾਰੇ ਆ ਗਿਆ। ਤਾਂ ਇਹ ਕਿਤੇ ਨਾ ਕਿਤੇ ਸਾਰੇ ਦਾ ਸਾਰਾ ਜਿਹੜਾ ਸੀਗਾ ਇਹ ਹੌਲੀ ਹੌਲੀ ਰਿਸਰਚ ਆ ਰਹੀ ਹੈ ਕਿ ਤੁਸੀਂ ਆਪਣੀ ਬਾਡੀ ਨੂੰ ਸਿਹਤਮੰਦ ਰੱਖਣਾ ਜਿਹੜਾ ਉਹ ਜ਼ਿਆਦਾ ਜ਼ਰੂਰੀ ਹੈ। ਸਿਹਤ ਜ਼ਰੂਰੀ ਹੈ ਅਤੇ ਸਿਹਤਮੰਦ ਲਈ ਰਹਿਣ ਲਈ ਇਹ 'ਚ ਜਿਹੜੀ ਹੋਲਿਸਟਿਕ ਹੈਲਥ ਕੇਅਰ ਦੀਆਂ ਜਿਹੜੀਆਂ 4-5 ਗੱਲਾਂ ਮੈਂ ਗਿਣਾਈਆਂ ਨੇ, ਭੋਜਨ ਹੋ ਗਿਆ, ਤੁਹਾਡੇ ਦਵਾ ਪੌਦੇ ਹੋ ਗਏ, ਤੁਹਾਡੀ ਐਕਸਰਸਾਈਜ਼ ਹੋ ਗਈ, ਤੁਹਾਡੇ ਬਾਕੀ ਪੈਥੀਜ਼ ਹੋ ਗਈਆਂ, ਔਰ ਐਲੋਪੈਥੀ ਦੀਆਂ ਕੁਝ ਅੱਛੀਆਂ ਗੱਲਾਂ ਜਿਹੜੀਆਂ ਨੇ ਉਹ ਵੀ ਲੈ ਸਕਦੇ ਆਪਾਂ। ਤਾਂ ਕਿਤੇ ਨਾ ਕਿਤੇ ਸਾਰਾ ਰਲ ਮਿਲ ਕੇ ਆਪਾਂ ਇਹ ਸਾਰੀਆਂ ਬਿਮਾਰੀਆਂ ਨੂੰ ਕਿਤੇ ਨਾ ਕਿਤੇ ਮੈਨੇਜ ਕਰ ਸਕਦੇ ਹਾਂ। ਔਰ ਲੰਬੇ ਸਮੇਂ ਸਾਨੂੰ ਉਹ ਸਟਰਗਲ ਜ਼ਰੂਰ ਲੜਨੀ ਪੈਣੀ ਹੈ। ਹਵਾ, ਪਾਣੀ ਅਤੇ ਮਿੱਟੀ, ਇਹ 3 ਚੀਜ਼ਾਂ ਦੀ ਸ਼ੁੱਧਤਾ ਜਿਹੜੀ ਹੈ ਇਹ ਸਾਨੂੰ ਇੰਸ਼ੋਰ ਕਰਨੀ ਚਾਹੀਦੀ ਹੈ। ਇਹਦੇ ਲਈ ਸਮਾਜ ਨੂੰ ਰਲ ਕੇ ਲੜਨਾ ਚਾਹੀਦਾ ਔਰ ਪੂਰਾ ਇਹਦੇ 'ਤੇ ਪਹਿਰਾ ਦੇਣਾ ਚਾਹੀਦਾ। ਕਿਉਂਕਿ ਜਿਹੜਾ ਇਸ਼ੂ ਤੁਸੀਂ ਇਹ ਤੁਹਾਡਾ ਇਸ਼ੂ ਬਹੁਤ ਵਧੀਆ, ਜਿਹੜੀ ਬਹੁਤ ਹੀ ਡਿਸਟਰਬਿੰਗ ਹੈ
ਹਾਰਮੋਨਲ ਡਿਸਟਰਬੈਂਸ ਜਿਹੜੀਆਂ ਨੇ, ਚਾਹੇ ਉਹ ਮੇਲ 'ਚ ਨੇ ਚਾਹੇ ਫੀਮੇਲ 'ਚ ਨੇ, ਕਿਉਂਕਿ ਦੋਨੋਂ ਨੇ ਰਲ ਕੇ ਦੋਨੋਂ ਇੱਕ ਦੂਜੇ ਦੇ ਪੂਰਕ ਨੇ, तो दोनों रल के बड़े खतरनाक नतीजे निकल रहे हैं और नतीजे एडे गंदे निकल रहे हैं कि प्रोडिक्शन ये हो रही है, साइंटिस्ट कर रहे हैं कि आने वाले 20-25 सालों से बच्चे होने बंद हो जाने हैं जी, ਜਿਹੜੇ ਹੋਣਗੇ ਉਹ अपंग होणगे। तो एक एडा खतरनाक वर्तारा ਜਿਹੜਾ कि सिविलाइजेशन ਨੂੰ ਹੀ खतरा बन जा रहा, ਸਾਡੀ ਸੱਭਿਅਤਾ ਨੂੰ ਖਤਰਾ ਬਣ ਜਾ ਰਿਹਾ, ਇਹ ਲਗਭਗ ਪੂਰੀ ਮਨੁੱਖਤਾ ਨੂੰ ਹੀ ਹੋਣ ਜਾ ਰਿਹਾ। ਲੇਕਿਨ ਪੰਜਾਬ ਦੇ ਇਸ ਖਿੱਤੇ 'ਚ ਪਰਟੀਕੂਲਰਲੀ ਇਹ ਪ੍ਰੋਬਲਮ ਬਹੁਤ ਜ਼ਿਆਦਾ, ਇਹ ਨਹੀਂ ਕਿ ਇਕੱਲੇ ਪੰਜਾਬ 'ਚ ਨੇ, ਪੂਰੀ ਦੁਨੀਆ 'ਚ ਸਮੱਸਿਆਵਾਂ ਆ ਰਹੀਆਂ ਕਿਉਂਕਿ ਦੁਨੀਆ ਲਗਭਗ ਸੇਮ ਮਾਡਲ ਫੋਲੋ ਕਰ ਰਹੀ ਹੈ। इंडिया भी सेम प्रॉपर है, लेकिन पंजाब ये वर्तारा थोड़ा तीबर है क्योंकि असी एग्रोकैमिकल्स बहुत ज़्यादा वरते हैं। तो वो कितने ना कितने जी हवा पानी मिट्टी की लड़ाई है, सारे समाज में इकट्ठे होकर चेतन होकर ऑर्गेनाइज होकर और संघर्ष करके लड़नी पैनी है, वो बिना कोई गुजारा नहीं है। ਤੇ ਡਾਕਟਰ ਸਾਹਿਬ ਦੋ ਸਵਾਲ ਜਿਹੜੇ ਸਾਡੇ ਦਰਸ਼ਕਾਂ ਨੇ ਜਿਹੜੇ ਆ ਉਹ ਸਪੈਸ਼ਲ ਕਹੇ ਸੀਗੇ ਕਿ ਉਹ ਜ਼ਰੂਰ ਪੁੱਛ ਲਿਓ। ਨੰਬਰ 1 ਤਾਂ ਜਿਹੜੀ UTI ਇਨਫੈਕਸ਼ਨ ਹੈ, ਯੂਰਿਨ ਟਰੈਕ ਇਨਫੈਕਸ਼ਨ, ਉਹ ਜਿਹੜੀ ਆ ਉਹ ਆਮ ਹੋਈ ਹੈ, ਉਹਦਾ ਕੀ ਕਾਰਨ ਹੈ ਤੇ ਉਹਦਾ ਕੀ ਇਲਾਜ ਹੈ। ਨੰਬਰ 2 ਦੇ ਉੱਤੇ ਜਿਹੜਾ ਯੂਟਰਸ ਦਾ ਜਿਹੜਾ ਹੇਠਾਂ ਬੋਝ ਪੈਣਾ, ਉਹਦਾ ਖਿਸਕ ਜਾਣਾ, ਇਹਦੇ ਕੀ ਕਾਰਨ ਨੇ ਤੇ ਕੀ ਇਹਦੇ ਇਲਾਜ ਨੇ। ਪਹਿਲੇ ਤਾਂ UTI ਦੀ ਲਈ ਆਪਾਂ ਗੱਲ, ਜਿਹੜੀ UTI ਹੈ ਯੂਰਿਨਰੀ ਟਰੈਕਟ ਇਨਫੈਕਸ਼ਨ, ਯੂਰਿਨਰੀ ਟਰੈਕਟ ਇਨਫੈਕਸ਼ਨ ਫੀਮੇਲ 'ਚ ਵੀ ਹੁੰਦੀ ਹੈ। ਬੋਡੀ ਜਦੋਂ ਵੀਕ ਹੁੰਦੀ ਹੈ, ਫਾਰ ਐਗਜ਼ਾਮਪਲ ਡਾਇਬੀਟੀਜ਼ ਨੇ ਬੋਡੀ ਵੀਕ ਕਰਦੀ ਜਾਂ ਕਿਸੇ ਬੋਡੀ ਨੇ, ਤਾਂ ਤੁਹਾਨੂੰ ਨਾਲ ਦੀ ਨਾਲ ਇਨਫੈਕਸ਼ਨ ਹੋ ਜਾਏਗੀ। ਜਦੋਂ ਤੁਹਾਡੀ ਇਮਿਊਨਿਟੀ ਦੀ ਬੋਡੀ ਇਮਿਊਨਿਟੀ ਫਾਲ ਕਰੇਗੀ, ਤੁਹਾਨੂੰ ਇਨਫੈਕਸ਼ਨ ਹੋ ਜਾਏਗੀ। ਹੁਣ ਇਨਫੈਕਸ਼ਨ ਨੂੰ ਮਾਡਰਨ ਮੈਡੀਕਲ ਸਿਸਟਮ ਦੇ ਅੰਦਰ, ਐਲੋਪੈਥੀ ਦੇ ਅੰਦਰ ਐਂਟੀਬਾਇਓਟਿਕਸ ਨਾਲ ਕਿਉਰ ਕਰਦੇ ਆ। ਹੋ ਕੀ ਰਿਹਾ, ਮੈਂ ਤਾਂ ਪਿਛਲੇ ਦਹਾਕਿਆਂ ਤੋਂ ਫੇਸ ਕਰ ਰਿਹਾ। UTI ਦਾ ਬੰਦਾ ਆਉਂਦਾ, ਡਾਕਟਰ ਕੋਲ ਜਾਂਦਾ, ਐਂਟੀਬਾਇਓਟਿਕ ਖਾਂਦਾ, ਇੱਕ ਵਾਰੀ ਠੀਕ ਹੋ ਜਾਂਦਾ, ਮੁੜ ਕੇ ਫਿਰ ਹੋ ਜਾਂਦੀ ਹੈ, ਫਿਰ ਐਂਟੀਬਾਇਓਟਿਕ ਖਾਂਦਾ, ਫਿਰ ਹੋ ਜਾਂਦੀ ਹੈ, ਮੁੜ ਕੇ ਐਂਟੀਬਾਇਓਟਿਕ ਅਸਰ ਕਰਨਾ ਬੰਦ ਕਰ ਦਿੰਦਾ, ਫਿਰ ਕੋਈ ਹੋਰ ਐਂਟੀਬਾਇਓਟਿਕ ਖਾਂਦਾ। ਅਲਟੀਮੇਟਲੀ ਹੋ ਇਹ ਰਿਹਾ ਕਿ ਐਂਟੀਬਾਇਓਟਿਕ ਸਾਰੇ ਕੰਮ ਕਰਨੇ ਬੰਦ ਕਰ ਰਹੇ ਆ ਔਰ UTI ਜਿਹੜੀ ਇਨਕਿਉਰੇਬਲ ਹੋ ਰਹੀ ਹੈ। ਉਹਦਾ ਮੈਂ ਮੇਰੀ ਜ਼ਿੰਦਗੀ, ਮੇਰੇ ਕੋਲ ਜਿੰਨੇ ਵੀ ਬੰਦੇ ਆਏ UTI ਦੇ, ਮੈਂ ਕਿਸੇ ਦੀ UTI ਜਿਹੜੀ ਹੈ ਉਹ ਮੈਨੂੰ ਨਹੀਂ ਕੋਈ ਬੰਦਾ ਰੱਖਿਆ ਜੇ ਠੀਕ ਨਾ ਹੋਈ ਹੋਵੇ। ਉਹ ਕਿਵੇਂ ਕੀਤੀ ਹੈ ਠੀਕ ਹੈ, ਨੰਬਰ 1 ਤੇ ਕੁਝ ਦਿਨ ਲਈ ਐਂਟੀਬਾਇਓਟਿਕ ਦੇ ਦਿਓ ਜੇ ਜ਼ਿਆਦਾ ਹੈ ਤਾਂ, ਉਸ ਤੋਂ ਬਾਅਦ ਉਹਨੂੰ ਹਰਬਲ 'ਤੇ ਲੈ ਜਾਓ। ਹਰਬਲ ਦਵਾਈਆਂ ਬਹੁਤ ਅੱਛੀਆਂ ਨੇ UTI ਦੀਆਂ। ਨੀਰੀ ਨਾਲ ਫਾਰ ਐਗਜ਼ਾਮਪਲ ਨੀਰੀ ਹੈ, ਵੰਡਰਫੁਲ ਮੈਡੀਸਨ ਹੈ। ਜਿਹੜਾ ਬੰਦਾ ਨੀਰੀ ਦੇ ਆ ਗਿਆ ਇੱਕ ਵਾਰੀ, ਮਹੀਨਾ 2 ਮਹੀਨੇ, ਮੁੜ ਕੇ ਉਹਨੂੰ UTI ਨਹੀਂ ਹੁੰਦੀ। ਲੈਣ ਦਾ ਕੀ ਤਰੀਕਾ? 2 ਗੋਲੇ ਸੁਬਹ ਸ਼ਾਮ ਲੈ ਲਓ, ਠੀਕ, ਮਹੀਨਾ 2 ਮਹੀਨੇ ਲਓ। ਉਸ ਤੋਂ ਬਾਅਦ ਆਪਣੀ ਇਮਿਊਨਿਟੀ ਇੰਪਰੂਵ ਕਰੋ। ਇਮਿਊਨਿਟੀ ਇੰਪਰੂਵ ਕਰਨ ਦੇ ਹੋਰ ਨਿੱਕਾ ਤਰੀਕਾ, ਜਿਵੇਂ ਗਲੋ ਹੈ ਫਾਰ ਐਗਜ਼ਾਮਪਲ, ਗਲੋ ਦਾ ਲੰਬਾ ਸਮਾਂ ਕਰ ਲਓ। ਗਲੋ ਘਰ 'ਚ ਗੁਦੀ ਆ। ਜਿਹੜੇ ਪਲਾਂਟਸ ਨੇ ਨਾ, ਪਲਾਂਟਸ ਦਾ ਕੁਲਵੰਤ ਜੀ ਮੈਂ ਇੱਥੇ ਗੱਲ ਬੜੀ ਸਪਸ਼ਟ ਕਰਦਾ ਕਿ ਪਲਾਂਟ ਕਰੂਡ ਫਾਰਮ 'ਚ ਜ਼ਿਆਦਾ ਇਫੈਕਟਿਵ ਨੇ। ਇਸ ਕਰਕੇ ਪਲਾਂਟਸ ਨੂੰ ਆਪਣੇ ਆਲੇ ਦੁਆਲੇ ਉਗਾਈਏ, ਗੋਲੀਆਂ ਦੀ ਸ਼ਕਲ 'ਚ। ਪਲਾਂਟਸ ਜਿਹੜੀਆਂ ਦੇਸੀ ਦਵਾਈਆਂ ਵੀ ਨੇ, ਹੁਣ ਬਾਬੇ ਰਾਮਦੇਵ ਨੇ ਫਾਰ ਐਗਜ਼ਾਮਪਲ ਬਣਾਤੀ ਕੋਰੋਨਲ, ਉਹ ਚੀਜ਼ਾਂ ਕੀ ਨੇ ਉਹ 'ਚ, ਤੁਲਸੀ ਹੈ, ਆਪਣਾ ਅਸ਼ਵਗੰਧਾ ਹੈ ਤੇ ਗਲੋ ਹੈ। ਉਹ ਤਿੰਨੇ ਚੀਜ਼ਾਂ ਸਾਡੇ ਆਲੇ ਦੁਆਲੇ ਬੜੇ ਆਰਾਮ ਨਾਲ ਆ ਸਕਦੀਆਂ ਨੇ। ਅਸੀਂ ਉਹ ਆਪਣੇ ਆਲੇ ਦੁਆਲੇ ਕਾੜਾ ਬਣਾ ਕੇ ਪੀਵਾਂਗੇ ਤਾਂ ਸਵਾਮੀ ਰਾਮਦੇਵ ਦੀ ਦਵਾਈ ਤੋਂ ਕਿਹਦਾ ਜ਼ਿਆਦਾ ਇਫੈਕਟਿਵ ਆ। ਸਾਨੂੰ 535 ਰੁਪਏ ਦੀ ਦਵਾਈ ਦੀ ਲੋੜ ਨਹੀਂ, ਤਾਂ ਸਾਡੇ ਆਲੇ ਦੁਆਲੇ ਤਿੰਨੇ ਬੂਟੀਆਂ ਬੜੇ ਮੁਫਤ ਖੜਨੀਆਂ ਔਰ ਐਨ ਵਧੀਆ ਉਗਦੀਆਂ ਨੇ। ਤੇ ਨੰਬਰ 2 ਦੇ ਉੱਤੇ ਆਪਾਂ ਜਿਹੜਾ ਯੂਟਰਸ ਦਾ ਜਿਹੜਾ ਬੋਝ ਪੈਣਾ, ਹੇਠਾਂ ਖਿਸਕ ਜਾਣਾ, ਉਹਦਾ ਕੀ ਕਾਰਨ ਹੈ ਤੇ ਉਹਦਾ ਕੀ ਇਲਾਜ ਹੈ। ਇਹਦੇ 'ਚ ਜਿਹੜਾ ਯੂਟਰਸ ਦਾ ਥੱਲੇ ਖਿਸਕਣਾ ਜਿਹੜਾ ਇਹਦਾ ਕਾਰਨ ਇਹ ਹੈ ਕਿ ਜਦੋਂ ਮਾਂ ਬਣਦੀ ਹੈ ਔਰਤ, ਤਾਂ ਉਹਦੀ ਜਿਹੜੀ ਸਿਸਟਮ ਹੈ ਥੋੜ੍ਹਾ ਜਿਹਾ, ਉਹਦੇ ਪੱਠੇ ਜਿਹੜੇ ਨੇ ਉਹ ਢਿੱਲੇ ਪੈ ਜਾਂਦੇ ਆ ਕਿ ਯੂਟਰਸ ਨੇ ਥੱਲੇ ਉਹਨੂੰ ਪੱਠਿਆਂ ਨੇ ਸਪੋਰਟ ਕਰ ਰੱਖਿਆ ਹੁੰਦਾ। ਉਹ ਜੋ ਪੱਠੇ ਢਿੱਲੇ ਪੈ ਜਾਂਦੇ ਤਾਂ ਉਹ ਭਾਰ ਥੱਲੇ ਪੈਣ ਲੱਗ ਜਾਂਦਾ ਯੂਟਰਸ, ਉਹਨੂੰ ਭਾਰ ਪੈਣਾ, ਉਹਦਾ ਪੰਜਾਬੀ 'ਚ ਨਾ ਹੀ ਭਾਰ ਪੈਣਾ। ਉਹ ਇਸ ਕਰਕੇ ਹੁੰਦਾ ਕਿ ਆਮ ਤੌਰ 'ਤੇ ਸਾਡੀਆਂ ਭੈਣਾਂ ਜਿਹੜੀਆਂ ਨੇ ਉਹ ਖਿਆਲ ਨਹੀਂ ਰੱਖਦੀਆਂ ਪ੍ਰੈਗਨੈਂਸੀ ਤੋਂ ਬਾਅਦ, ਉਹ ਪੇਟ ਦੇ ਪੱਠੇ ਉਹਦੇ ਉੱਤੇ ਥੋੜ੍ਹੇ ਢਿੱਲੇ ਪੈ ਜਾਂਦੇ ਆ, ਉਹਦੇ ਉੱਤੇ ਚਰਬੀ ਜੰਮ ਜਾਂਦੀ ਹੈ। ਉਹ ਚਰਬੀ ਜੰਮਣ ਨਾਲ ਕੀ ਹੁੰਦਾ ਕਿ ਉਹ ਫਿਰ ਕੰਮਕਾਰ ਵੀ ਘੱਟ ਜਾਂਦਾ, ਉਹ ਪੱਠੇ ਕਮਜ਼ੋਰ ਹੀ ਰਹਿ ਜਾਂਦੇ ਉਹਦੇ। 1 2 3 ਪ੍ਰੈਗਨੈਂਸੀ ਤੋਂ ਬਾਅਦ ਫਿਰ ਉਹ ਪੱਠੇ ਕਮਜ਼ੋਰ ਹੋ ਜਾਂਦੇ ਨੇ। ਉਹ ਪੱਠਿਆਂ ਨੂੰ ਵੇਲੇ ਸਿਰ ਜੇ ਠੀਕ ਕਰਨਾ ਚਾਹੀਏ ਤਾਂ ਉਹਦੇ ਲਈ ਬਹੁਤ ਵਧੀਆ ਐਕਸਰਸਾਈਜ਼ਸ ਨੇ। ਉਹਦੇ ਯੋਗਾ ਦੀ ਐਕਸਰਸਾਈਜ਼ ਬਹੁਤ ਅੱਛੀ ਹੈ, ਉਹਨੂੰ ਅਸ਼ਵਨੀ ਕਿਰਿਆ ਕਹਿੰਦੇ ਆ, ਅਸ਼ਵਨੀ ਕਿਰਿਆ। ਅਤੇ ਉਹ ਐਲੋਪੈਥੀ ਨੇ ਵੀ ਅਡੋਪਟ ਕਰ ਲਈ ਹੋਈ, ਗਾਇਨੇਕੋਲੋਜਿਸਟ ਵੀ ਉਹਨੂੰ ਕਰਗਲ ਐਕਸਰਸਾਈਜ਼ ਕਰਕੇ ਕਹਿੰਦੇ ਆ। ਤਾਂ ਉਹ ਐਕਸਰਸਾਈਜ਼ ਸਿੱਖ ਲਓ ਕਿਸੇ ਵੀ ਬੰਦੇ ਕੋਲ ਜਾ ਕੇ ਅਰਲੀ 'ਚ। ਜੇ ਬਿਲਕੁਲ ਹੀ ਹੁਣ ਬਾਹਰ ਆਉਣ ਲੱਗੀ ਯੂਟਰਸ, ਫਿਰ ਤਾਂ ਆਪਰੇਸ਼ਨ ਕਰਾਉਣਾ ਹੀ ਪਏਗਾ। ਲੇਕਿਨ ਜੇ ਥੋੜ੍ਹਾ ਜਿਹਾ ਭਾਰ ਪੈ ਰਿਹਾ ਅਤੇ ਉਹ ਐਕਸਰਸਾਈਜ਼ ਆਪਾਂ ਸਿੱਖ ਲਈਏ, ਅਤੇ ਨਾਲ ਪੇਟ ਦੇ ਮਸਲ ਨੂੰ ਸਟਰੋਂਗ ਕਰ ਲਈਏ, ਅਤੇ ਪਲੱਸ ਨਾਲ ਆਪਣੀ ਜਿਹੜੀ ਚਰਬੀ ਹੈ, ਫਾਲਤੂ ਚਰਬੀ ਨੂੰ ਕੱਢਦੀ ਹੈ, ਉਹਦਾ ਉਹੀ ਤਰੀਕਾ। ਮੋਟਾਪੇ ਦਾ 100% ਇਲਾਜ ਹੈ ਜੋ ਮੈਂ ਹੋਲਿਸਟਿਕ ਹੈਲਥ ਕੇਅਰ 'ਚ ਬੋਲਿਆ। ਮੋਟਾਪਾ, BP, ਤੁਹਾਡੀ ਕੋਲੈਸਟਰੋਲ ਅਤੇ ਪੇਟ ਦੀਆਂ ਬਿਮਾਰੀਆਂ ਅਤੇ ਸ਼ੂਗਰ, ਮਤਲਬ ਹਫ਼ਤਿਆਂ 'ਚ ਉੱਡ ਜਾਂਦੇ ਆ। ਮੋਟਾਪਾ 3 ਤੋਂ 5 ਕਿਲੋ ਕਰਦਾ। ਹੁਣ ਜਿੰਨੀਆਂ ਯੂਟਰਸ ਦੀ ਪ੍ਰੋਲੈਪਸ ਵਾਲੀਆਂ ਬੀਬੀਆਂ ਹੋਣਗੀਆਂ, ਸਾਰਿਆਂ ਦੇ ਪੇਟ ਚਰਬੀ ਜੰਮੀ ਹੁੰਦੀ ਹੈ। ਉਹ ਚਰਬੀ ਜੰਮਣ ਕਰਕੇ ਪੇਟ ਤੋਂ ਸੀਮਤ ਜੀ ਥਾਂ ਹੈ, ਉਹ ਤੱਕ ਪੁਸ਼ ਕਰੀ ਜਾਂਦਾ ਥੱਲੇ ਨੂੰ। ਇੱਕ ਤਾਂ ਪੱਠੇ ਵੀਕ ਨੇ, ਇੱਕ ਜਿਹੜੀ ਚਰਬੀ ਜੰਮ ਜਾਂਦੀ ਉਹ ਪੁਸ਼ ਕਰਦੀ ਹੈ। ਜਦੋਂ ਹੀ ਉਹ ਚਰਬੀ ਘਟੇਗੀ,
ਇੱਕ ਤਾਂ ਚਰਬੀ ਜਦੋਂ ਘਟੇਗੀ ਤਾਂ ਪੇਟ ਦਾ ਜੋ ਧੱਕਾ ਮਾਰਨ ਵਾਲਾ ਸਿਸਟਮ ਬੰਦ ਹੋ ਜਾਊਗਾ। ਇੱਕੋ ਐਕਸਰਸਾਈਜ਼ ਸਿੱਖ ਲਈ ਆਪਾਂ, ਉਹਦਾ ਯੋਗਾ 'ਚ ਨਾ ਐਸ਼ਵਨੀ ਕਰਿਆ ਤੇ ਮਾਡਰਨ ਮੈਡੀਕਲ ਸਿਸਟਮ ਨੇ ਉਸੇ ਐਸ਼ਵਨੀ ਕਰਿਆ ਨੂੰ ਕਰਜਲ ਐਕਸਰਸਾਈਜ਼ ਕਰਕੇ ਅਡਾਪਟ ਕਰ ਲਿਆ ਹੋਇਆ। ਉਹ ਗਾਇਨੀਕੋਲੋਜਿਸਟ ਵੀ ਦੱਸਦੇ ਆ, ਲੇਡੀ ਡਾਕਟਰ ਵੀ ਦੱਸਦੀ ਆ। ਤਾਂ ਕੋਈ ਜਾ ਕੇ ਕਿਸੇ ਯੋਗਾ ਵਾਲੇ ਤੋਂ ਸਿੱਖ ਲਓ, ਬੜਾ ਹੀ ਸੌਖਾ ਉਹ ਆਪਣਾ ਜਿਹੜੀ ਗੁਦਾ ਹੁੰਦੀ ਹੈ, ਗੁਦਾ ਨੂੰ ਉੱਪਰ ਖਿੱਚ ਕੇ ਰੋਕਣਾ ਹੁੰਦਾ। ਗੁਦਾ ਨੂੰ ਬਾਰ-ਬਾਰ ਖਿੱਚ ਕੇ ਰੋਕ ਲਿਆ, ਉਹ ਸਿੱਖਣਾ ਪਊਗਾ ਇੱਕ ਵਾਰੀ। ਔਰ ਇੰਨੀ ਵਧੀਆ ਐਕਸਰਸਾਈਜ਼ ਹੈ, ਇੱਕ ਵਾਰੀ ਤੁਹਾਨੂੰ ਪ੍ਰੈਕਟਿਸ ਹੋ ਜਾਵੇ ਜਿਹੜੀ ਭੈਣ ਨੂੰ, ਉਹ ਜੇ ਗੱਲਾਂ ਕਰਦੀ ਵੀ ਕਰੀ ਜਾਊਗੀ ਨਾ, ਉਹਨੂੰ ਕੋਈ ਜੱਜ ਨਹੀਂ ਕਰ ਸਕਦਾ। ਔਰ ਇਹਦੀ ਕੋਈ ਦਵਾਈ ਵੀ ਹੈਗੀ? ਨਹੀਂ, ਦਵਾਈਆਂ ਨਹੀਂ ਦਿਖਾਉਂਦੇ, ਤਾਂ ਆਪਰੇਸ਼ਨ ਕਰਾਉਣਾ ਪੈਂਦਾ। ਫਿਰ ਦਵਾਈਆਂ ਨਾਲ ਭਾਰ ਪੈਣਾ ਨਹੀਂ ਠੀਕ ਹੁੰਦਾ। ਅਲਟੀਮੇਟਲੀ ਤਾਂ ਆਪਰੇਸ਼ਨ ਕਰਾਉਣਾ ਪੈਂਦਾ, ਬੱਚੇ ਨਹੀਂ ਕਢਾਉਣੀ ਪੈਂਦੀ, ਫਿਰ ਉਹਦਾ ਕੋਈ ਹੋਰ ਹੱਲ ਨਹੀਂ ਹੁੰਦਾ ਦਾ ਕੋਈ। ਇਹ ਐਕਸਰਸਾਈਜ਼ ਨਾਲ ਅਤੇ ਪਲੱਸ ਆਪਣਾ ਜਿਹੜੀ ਫਾਲਤੂ ਚਰਬੀ ਘਟਾਉਣ ਨਾਲ ਜਿਹੜੀ ਆ ਉਹ ਬਿਲਕੁਲ ਠੀਕ ਹੋ ਜਾਂਦਾ। ਅਤੇ ਜਿਹੜੀਆਂ ਔਰਤਾਂ ਦੀਆਂ ਬਿਮਾਰੀਆਂ ਨੇ ਉਸ ਨੂੰ ਲੈ ਕੇ ਇੱਕ ਜਿਹੜੀ ਧਾਰਨਾ ਬਣੀ ਹੋਈ ਹੈ ਕਿ ਵਿਆਹੀਆਂ ਹੋਈਆਂ ਔਰਤਾਂ ਨੂੰ ਹੀ ਜਿਹੜੀ ਹੈ ਉਹ ਜ਼ਿਆਦਾ ਬਿਮਾਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ। ਜਿਹੜੀਆਂ ਕੁਆਰੀਆਂ ਸਾਡੀਆਂ ਧੀਆਂ ਭੈਣਾਂ ਨੇ, ਉਹਨਾਂ ਨੂੰ ਇਸ ਤਰ੍ਹਾਂ ਦੀ ਬਿਮਾਰੀਆਂ ਜਿਹੜੀਆਂ ਨੇ ਉਹ ਘੱਟ ਹੁੰਦੀਆਂ ਨੇ। ਅਤੇ ਜਿਹੜੀਆਂ ਕੰਪਲੀਕੇਸ਼ਨਸ ਵਿਆਹ ਤੋਂ ਬਾਅਦ ਆਉਣੀਆਂ ਹੁੰਦੀਆਂ ਨੇ, ਮੰਨ ਲਓ ਵੀ ਅੰਡਾ ਨਹੀਂ ਬਣਦਾ, ਬੱਚਾ ਨਹੀਂ ਹੋ ਰਿਹਾ ਉਹਦੇ, ਲੇਕਿਨ ਉਹਦੇ ਸਿੰਪਟਮਸ ਪਹਿਲਾਂ ਹੀ ਹੁੰਦੇ ਨੇ। ਜਿਵੇਂ ਤੁਸੀਂ ਦੱਸਿਆ ਕਿ ਪਾਣੀ ਦੀਆਂ ਗੱਠਾਂ ਅੰਦਰ ਬਣ ਜਾਂਦੀਆਂ ਨੇ, ਉਹਦੇ ਨਾਲ ਅੰਦਰ ਜਿਹੜੇ ਹਾਰਮੋਨਲ ਚੇਂਜਸ ਆ ਜਾਂਦੇ ਨੇ, ਉਹਨਾਂ ਦੇ ਅੰਦਰ ਅੰਡੇ ਨਹੀਂ ਬਣਦੇ, ਬਾਅਦ ਵਿੱਚ ਕੰਪਲੀਕੇਸ਼ਨ ਹੁੰਦੀਆਂ ਨੇ। ਕੀ ਇਸ ਚੀਜ਼ ਨੂੰ ਵਿਆਹ ਤੋਂ ਪਹਿਲਾਂ ਵੀ ਜਿਹੜਾ ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਹੁੰਦਾ ਵੀ ਇਸ ਤਰ੍ਹਾਂ, ਤਾਂ ਕਿ ਵਿਆਹ ਤੋਂ ਬਾਅਦ ਕੰਪਲੀਕੇਸ਼ਨਸ ਨਾ ਆਉਣ? ਬਿਲਕੁਲ। ਉਹ ਸਾਡੀਆਂ ਬੱਚੀਆਂ ਜਿੰਨੀਆਂ ਸਿਹਤਮੰਦ ਹੋਣਗੀਆਂ, ਜਿਹਦੇ ਬਾਡੀ ਡਾਈਟ ਉਹਨਾਂ ਦੀ ਠੀਕ ਹੋਏਗੀ। ਜਿਹੜੇ 5 ਚੀਜ਼ਾਂ ਮੈਂ ਗਿਣੀਆਂ ਨੇ ਹੋਲਿਸਟਿਕ ਹੈਲਥ ਕੇਅਰ ਦੀਆਂ, ਕਿ ਡਾਈਟ ਠੀਕ ਰੱਖੋ, ਆਪਣਾ ਪ੍ਰੋਪਰ ਵਰਜਿਸ਼ ਕਰੋ, ਆਪਣੀ ਹਰਬਲ ਦਵਾਈਆਂ ਜਿਹੜੀਆਂ ਆਲੇ ਦੁਆਲੇ ਨੇ ਉਹ ਜਿਹੜੀ ਸਿਹਤ ਇੰਪਰੂਵ ਕਰਨ ਵਾਲੀ ਚੀਜ਼ ਹੈ, ਸਿਹਤ ਇੰਪਰੂਵ ਕਰੋ। ਉਹਦੇ ਨਾਲ ਬਾਕੀ ਕੋਈ ਲੋੜ ਪੈਂਦੀ ਤਾਂ ਦੇਸੀ ਦਵਾਈ ਖਾਓ। ਇਹ ਸਾਰੀਆਂ ਜਿਹੜੀਆਂ ਨੇ, ਜੇ ਅਸੀਂ ਜਿੰਨੀ ਬੱਚੇ ਨੂੰ ਜਲਦੀ ਕਰਨ ਲਾ ਦਾਂਗੇ, ਸਿਹਤਮੰਦ ਬੱਚਾ ਸਾਰੀਆਂ ਪ੍ਰੋਬਲਮ ਤੋਂ ਘੱਟ ਉਲਝੇਗਾ। ਵੈਸੇ ਇਹਨਾਂ ਪ੍ਰੋਬਲਮ ਦੀ ਜੜ ਜਿਹੜੀ ਉਦੋਂ ਰੱਖੀ ਜਾਂਦੀ ਜਦੋਂ ਮਾਂ ਦੇ ਪੇਟ 'ਚ ਹੁੰਦਾ ਬੱਚਾ। ਇਹ ਪ੍ਰੋਬਲਮ ਬੱਚਾ ਮਾਂ ਦੇ ਪੇਟ 'ਚੋਂ ਲੈ ਕੇ ਜੰਮਦਾ, ਲੇਕਿਨ ਉਹਨੂੰ ਤੰਗ ਘੱਟ ਕਰਨਗੀਆਂ। ਜਿੰਨਾ ਉਹ ਬਾਕੀ ਸਿਹਤ ਉਹਦੀ ਖਰਾਬ ਹੋਏਗੀ ਤਾਂ ਇਹੀ ਬਿਮਾਰੀ ਨੂੰ ਜ਼ਿਆਦਾ ਲਾਮਤਾਂ ਦੇਗੀ। ਜੇ ਮੰਨ ਲਓ PCOD ਅਗਰ ਸਿਹਤਮੰਦ ਹੋਏਗੀ ਲੜਕੀ, ਤਾਂ ਜਿਹੜੀ ਉਹਦੀ ਬਾਕੀ ਦੀ ਓਵਰੀ ਬਚੀ ਹੋਈ ਹੈ, ਇੱਕ ਤਾਂ ਗੱਠਾਂ ਹੈਗੀਆਂ ਨੇ, ਬਾਕੀ ਦੀ ਓਵਰੀ ਐਕਟਿਵ ਹੋ ਜਾਏਗੀ। ਕਿਉਂਕਿ ਕੋਈ ਵੀ ਅੰਗ ਪੂਰੀ ਤਰ੍ਹਾਂ ਡੈਮੇਜ ਨਹੀਂ ਹੋਇਆ ਹੁੰਦਾ। ਜਿਵੇਂ ਸਪਰਮ ਕਾਊਂਟ ਘੱਟ ਹੈ ਤਾਂ ਵੀ ਉਹਦੇ 'ਚ ਕੁਛ ਤਾਂ ਬਚਿਆ ਹੋਇਆ ਨਾ। ਜੇ ਬਾਕੀ ਸਾਡੇ ਸਰੀਰ 'ਚ ਪ੍ਰਾਣ ਸ਼ਕਤੀ ਜ਼ਿਆਦਾ ਹੈ, ਵਧੀਆ ਹੈ ਸਾਡੀ ਸਿਹਤ, ਤਾਂ ਉਹ ਬਾਕੀ ਦਾ ਕੰਮ ਸਰ ਜਾਏਗਾ ਸਾਡਾ। ਜੇ ਅਸੀਂ ਬਾਕੀ ਉਲਝਾ ਲਿਆ ਆਪਣੇ ਆਪ ਨੂੰ, ਫਿਰ ਉਹ ਦੋਨੋਂ ਰਲ ਕੇ ਬੜਾ ਖਤਰਨਾਕ ਸਿੱਟੇ ਨਿਕਲਦੇ ਨੇ। ਸੋ ਇਸ ਕਰਕੇ ਸਿਹਤ ਠੀਕ ਰੱਖਣੀ ਜਿਹੜੀ ਹੈ ਉਹ ਹਰ ਬੱਚੇ ਦੀ ਹੈ, ਚਾਹੇ ਉਹ ਬੱਚੀ ਹੈ ਚਾਹੇ ਮੁੰਡਾ, ਉਹਨਾਂ ਦੀ ਸ਼ੁਰੂ ਬਚਪਨ ਤੋਂ ਸਿਹਤ ਰੱਖਣੀ ਬਹੁਤ ਜ਼ਰੂਰੀ ਹੈ। ਜੇ ਬਚਪਨ ਤੋਂ ਸਿਹਤ ਠੀਕ ਰਹੇਗੀ ਤਾਂ ਉਹ ਵਧੀਆ ਹੈਲਦੀ ਅਡਲਟ ਬਣਨਗੇ। ਜਿੰਨੇ ਹੈਲਦੀ ਅਡਲਟ ਬਣਨਗੇ ਉਨੀਆਂ ਘੱਟ ਸਮੱਸਿਆਵਾਂ 'ਚ ਉਲਝਣਗੇ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਦਾ ਕਹਿਣਾ ਹੈ ਕਿ ਔਰਤਾਂ, ਬੱਚੀਆਂ ਅਤੇ ਸਾਡੀਆਂ ਜਿਹੜੀਆਂ ਮਾਵਾਂ, ਬਜ਼ੁਰਗ ਔਰਤਾਂ ਜਿਹੜੀਆਂ ਨੇ, ਉਹਨਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਇਹ ਬਿਮਾਰੀਆਂ ਆ ਰਹੀਆਂ ਨੇ ਔਰਤਾਂ ਦੇ ਪ੍ਰਜਨਨ ਅੰਗਾਂ ਨੂੰ ਲੈ ਕੇ, ਉਸ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਕਾਰਨ ਹੈ, ਇੱਕ ਸਾਡਾ ਜਿਹੜਾ ਪ੍ਰਦੂਸ਼ਣ ਹੈ, ਇੱਕ ਸਾਡਾ ਖਾਣਾ ਪੀਣਾ ਜਿਹੜਾ ਉਹ ਸਹੀ ਢੰਗ ਨਾਲ ਨਹੀਂ ਹੋ ਰਿਹਾ। ਕੈਮੀਕਲਸ ਦੀ ਵਰਤੋਂ ਜਿਹੜੀ ਹੈ ਉਹ ਫਸਲਾਂ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ। ਅਤੇ ਇਸ ਨੂੰ ਲੈ ਕੇ ਜਦੋਂ ਬੰਦਾ ਆਪਣੀ ਇਹ ਸਾਰੀਆਂ ਔਰਤਾਂ ਜਿਹੜੀਆਂ ਨੇ ਉਹ ਸਿਹਤ ਦਾ ਧਿਆਨ ਨਹੀਂ ਰੱਖਦੀਆਂ, ਐਕਸਰਸਾਈਜ਼ ਨਹੀਂ ਕਰਦੀਆਂ, ਖਾਣਾ ਪੀਣਾ ਸਹੀ ਨਹੀਂ ਹੈਗਾ, ਤਾਂ ਉਸ ਨੂੰ ਲੈ ਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਾਫੀ ਵੱਧ ਰਹੀਆਂ ਨੇ। ਕਾਰਨ ਸਿਰਫ ਇੱਕੋ ਹੀ ਹੈ, ਲੇਕਿਨ ਇਲਾਜ ਜਿਹੜਾ ਉਹ ਦੱਸਦੇ ਨੇ ਕਿ ਇਹ ਨੈਚੁਰਲ ਤਰੀਕੇ ਨਾਲ ਜਿਹੜਾ ਸਾਡਾ ਅਸੀਂ ਖਾਣਾ ਪੀਣਾ ਸਹੀ ਕਰੀਏ, ਐਕਸਰਸਾਈਜ਼ ਕਰੀਏ, ਤਾਂ ਲੰਬੀ ਜੀਵਨ ਜਿਹੜੀ ਆ ਅਸੀਂ ਆਪਣੇ ਸਿਹਤਮੰਦ ਜੀਵਨ ਅਸੀਂ ਜੀ ਸਕਦੇ ਹਾਂ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਇਸ ਬਾਬਤ ਆਪਣੀ ਰਾਏ ਸਾਨੂੰ ਆਪਣੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।